सतनाम श्री वाहिगुरु साहिब जी। एक ओंकार सतनाम करता पुरख निरभउ निर्वैर। अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। कन हर बूंद बसोरो मावल। कुसुम बसंत गनंत न आवै। रव सस किरण उदर सागर को। गंग तरंग अंत को पावै। रुद्र ध्यान ज्ञान सतगुर के। कब जन भल उन्हों जो गावै। भले अमरदास गुण तेरे। तेरी उपमा तोहे बन आवै। भले अमरदास गुण तेरे। तेरी उपमा तोहे बन आवै। परम सत्कारयोग तख्त चवर छतर दे मालक जुगो जुग अटल। सरबरे कायनात वालिए कुल आलम। समुची मनुखता दे रहबर सतगुरु धन श्री गुरु ग्रंथ साहिब महाराज जियां दे पवित्र चरनां दा ध्यान धरो। दोवें हथ जोड़ के गुर फतेह दी सांझ पाओ। गज के आखो जी वाहिगुरु जी का खालसा वाहिगुरु जी की फतेह। गरीब नवाज पातशाह जी ने अज आपां नूं तीसरे दिन सतसंगत दीयां घड़ियां बख्शिश कीतियां ने। अज सतगुरु श्री गुरु अमरदास महाराज साहिब जियां दा पवित्र आगमन दिहाड़ा भी है। सो सब तो पहला साडे वल्लों आप समूह संगतां नूं पातशाह जियां दे गुरपुरब दीयां लख लख वधाइयां होवण जी। सतगुरु गुरु अमरदास महाराज सच्चे पातशाह जी सरबत विश्व ते समुची कायनात ते मेहर भरी दृष्टि करन। सारियां दे दुखां दलिदरां दा नाश होवे। सतगुरु गुरु अमरदास महाराज मेहर करन। आपां सारियां नूं वध तो वध नाम सेवा सतसंग महाराज जियां दे दरों घरों प्राप्त होवे जी। सो आओ जो लड़ीवार विचार आप जी सरवण करते आ रहे हो। भेटत संग पार ब्रह्म चित आया। संगत करत संतोख मन पाया। संत है चरण माथा मेरो पाउत। अनक बार संत है डंडौत। ऐसे पूरन महापुरख ब्रह्म ज्ञानी संत बाबा ज्वाला सिंह जी हरखोवाल वाले महापुरख जिन्हां दा पवित्र जीवन आप जी सरवण करते आ रहे हो भी किस तरह महापुरख जिस वेले फौज दे विच नौकरी करते सी ते जिन्ने फौजी सन इत्थों तक के महापुरखां दा सूबेदार मेजर भी महापुरखां दी किन्नी रिस्पैक्ट करदा सी आदर करदा सी। ते पर चुगलखोर ते ईरखालू लोगां ने महापुरखां दे प्रति करनल साहब नूं माड़ा चंगा कह के भड़काया। उन्हें परख कीती ते संत जी महाराज उस परख दे विचों गुरु किरपा सदका महाराज जी पास होंदे ने ते करनल भी महापुरुषों का श्रद्धालु बन जाता है। सो
ਸਮਾਂ ਆਇਆ 1914 ਦਾ। ਸੀਨੇ ਖਿੱਚ ਖਾ ਕੇ ਜਦੋਂ ਕੋਈ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋਣ ਲਈ ਬਿਹਬਲ ਹੋ ਉੱਠਦੀ ਹੈ ਤਾਂ ਉਸ ਵਾਸਤੇ ਪਰ ਅਧੀਨਤਾ ਕਬੂਲ ਕਰਨੀ ਬੜੀ ਔਖੀ ਹੁੰਦੀ ਹੈ। ਨਿੱਜ ਘਰ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਉਹ ਆਤਮਾ ਬੇਬਲ ਹੋ ਜਾਂਦੀ ਹੈ। ਜਦੋਂ ਸੰਤ ਜਵਾਲਾ ਸਿੰਘ ਜੀ ਇਕਾਗਰ ਚਿੱਤ ਰਹਿਣ ਲੱਗ ਪਏ ਤਾਂ ਉਹਨਾਂ ਦਾ ਮਨ ਫੌਜ ਦੀ ਨੌਕਰੀ ਵੱਲੋਂ ਉਕਤਾ ਗਿਆ, ਕਿਉਂਕਿ ਫੌਜ ਵਿੱਚ ਕਾਫੀ ਬੰਧਨ ਸਨ। ਉਹਨਾਂ ਨੇ ਸੋਚਿਆ ਕਿ ਗੁਰ ਭਗਤੀ ਅਤੇ ਸੇਵਾ ਲਈ ਬਾਰ ਪਰਾਇਆ ਬੈਸਣਾ ਉਚਿਤ ਨਹੀਂ ਤੇ ਨੌਕਰੀ ਛੱਡ ਦਿੱਤੀ ਜਾਵੇ। ਜਦੋਂ ਨਾਮ ਕਟਾਉਣ ਵਾਸਤੇ ਕਰਨਲ ਸਾਹਿਬ ਕੋਲ ਬੇਨਤੀ ਕੀਤੀ ਤਾਂ ਕਰਨਲ ਸਾਹਿਬ ਪਹਿਲਾਂ ਹੀ ਮਹਾਂਪੁਰਖਾਂ ਦੇ ਸ਼ਰਧਾਲੂ ਬਣੇ ਹੋਏ ਸੀ, ਕਿਉਂਕਿ 34 ਨੰਬਰ ਪਲਟਨ ਨੂੰ ਉਸ ਵੇਲੇ ਹੁਕਮ ਵੀ ਪਹੁੰਚ ਚੁੱਕਾ ਸੀ ਕਿ ਸਮੁੰਦਰੋਂ ਪਾਰ ਲੜਾਈ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡੀ ਲੋੜ ਹੈ। ਸੋ ਕਰਨਲ ਸਾਹਿਬ ਦੀ ਉਦਾਸੀ ਦਾ ਇਹ ਵੀ ਇੱਕ ਕਾਰਨ ਸੀ ਵੀ ਇਹੋ ਜਿਹੇ ਸਮੇਂ ਜੇ ਸੰਤ ਜਵਾਲਾ ਸਿੰਘ ਜੀ ਫੌਜ ਨੂੰ ਛੱਡ ਕੇ ਚਲੇ ਜਾਂਦੇ ਹਨ ਤਾਂ ਬਾਕੀ ਜਿੰਨੇ ਵੀ ਫੌਜੀ ਹਨ ਉਹਨਾਂ ਦਾ ਹੌਸਲਾ ਬਹੁਤ ਢਹਿ ਜਾਏਗਾ ਤੇ ਹੋ ਸਕਦਾ ਉਹਨਾਂ ਵਿੱਚੋਂ ਵੀ ਬਹੁਤੇ ਫੌਜ ਛੱਡ ਕੇ ਚਲੇ ਜਾਣ। ਤੋ ਕਰਨਲ ਸਾਹਿਬ ਨੇ ਸੂਬੇਦਾਰ ਮੇਜਰ ਨੂੰ ਕਿਹਾ ਕਿ ਉਹ ਸੰਤਾਂ ਨੂੰ ਇਹੋ ਜਿਹੇ ਨਾਜ਼ੁਕ ਸਮੇਂ ਨਾਮ ਕਟਵਾਉਣ ਤੋਂ ਰੋਕਣ, ਕਿਉਂਕਿ ਇਹਨਾਂ ਦਾ ਚਲੇ ਜਾਣਾ ਸਾਡੇ ਲਈ ਬਹੁਤ ਦੁਖਦਾਈ ਹੋਵੇਗਾ ਤੇ ਸਾਰੀ ਪਲਟਣ ਦੇ ਉੱਤੇ ਬੜਾ ਭਾਰੀ ਬੁਰਾ ਅਸਰ ਪਵੇਗਾ। ਸੂਬੇਦਾਰ ਮੇਜਰ ਸਭ ਕੁਝ ਜਾਣਦਾ ਸੀ। ਉਹਨਾਂ ਕਰਨਲ ਸਾਹਿਬ ਨੂੰ ਕਿਹਾ ਕਿ ਸੰਤਾਂ ਦੇ ਫੁਰਨੇ ਹਮੇਸ਼ਾ ਸੱਚ ਹੁੰਦੇ ਹਨ, ਇਸ ਲਈ ਉਹਨਾਂ ਨੂੰ ਅਸੀਂ ਆਪਣੇ ਜ਼ੋਰ ਦੇ ਨਾਲ ਆਪਣੇ ਨਾਲ ਸਹਿਮਤ ਨਹੀਂ ਕਰ ਸਕਦੇ, ਤੇ ਜੇ ਇਹਨਾਂ ਨੂੰ ਆਪਣੇ ਨਾਲ ਸਹਿਮਤ ਕਰਨਾ ਹੈ ਤਾਂ ਇੱਕੋ ਇੱਕ ਯਤਨ ਹੈ ਕਿ ਹੋਤੀ ਮਰਦਾਨ ਵਾਲੇ ਮਹਾਂਪੁਰਖ ਬਾਬਾ ਆਇਆ ਸਿੰਘ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਜਾਵੇ। ਜੇ ਉਹ ਮਨਜ਼ੂਰ ਕਰ ਲੈਣਗੇ ਤਾਂ ਫਿਰ ਸੰਤ ਜਵਾਲਾ ਸਿੰਘ ਜੀ ਕਿਤੇ ਨਹੀਂ ਜਾਣਗੇ। ਸੂਬੇਦਾਰ ਮੇਜਰ ਦਾ ਇਹ ਸੁਝਾਅ ਮੰਨ ਕੇ ਕਰਨਲ ਦੂਜੇ ਦਿਨ ਹੀ ਹੋਰ ਅਫਸਰਾਂ ਨੂੰ ਨਾਲ ਲੈ ਕੇ ਹੋਤੀ ਮਰਦਾਨ ਪਹੁੰਚ ਗਿਆ। ਸਾਰਿਆਂ ਨੇ ਨਿਮਰਤਾ ਸਹਿਤ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਉਹਨਾਂ ਦਾ ਸੁਖ ਆਨੰਦ ਪੁੱਛਿਆ ਤੇ ਆਉਣ ਦਾ ਕਾਰਨ ਵੀ ਪੁੱਛਿਆ। ਕਰਨਲ ਸਾਹਿਬ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡਾ ਸੇਵਕ ਸੰਤ ਜਵਾਲਾ ਸਿੰਘ ਪਲਟਣ ਦੇ ਵਿੱਚੋਂ ਨਾਮ ਕਟਵਾਉਣਾ ਚਾਹੁੰਦਾ ਹੈ। ਇਹ ਵੀ ਕਿਹਾ ਕਿ ਸਾਰੀ ਪਲਟਣ ਉਹਨਾਂ ਦੇ ਨਾਮ ਕਟਵਾਉਣ ਲਈ ਰਾਜੀ ਨਹੀਂ, ਸਾਰੇ ਉਹਨਾਂ ਨੂੰ ਨਾਲ ਰੱਖਣਾ ਚਾਹੁੰਦੇ ਹਨ। ਹੁਣ ਜੇ ਸੰਤ ਜਵਾਲਾ ਸਿੰਘ ਸਾਡੇ ਨਾਲ ਲੜਾਈ ਦੇ ਵਿੱਚ ਸ਼ਾਮਲ ਹੋਣਗੇ ਤਾਂ ਅਸੀਂ ਵੀ ਲੜਾਈ ਦੇ ਵਿੱਚ ਜਾਵਾਂਗੇ, ਨਹੀਂ ਤਾਂ ਸਾਡੇ ਵੱਲੋਂ ਵੀ ਅਸਤੀਫੇ ਪੇਸ਼ ਹਨ, ਅਸੀਂ ਵੀ ਨੌਕਰੀ ਛੱਡ ਦਿਆਂਗੇ। ਕਰਨਲ ਸਾਹਿਬ ਨੇ ਐਡੀ ਵੱਡੀ ਗੱਲ ਮਹਾਂਪੁਰਸ਼ਾਂ ਦੇ ਸਾਹਮਣੇ ਕਹੀ। ਕਹਿਣ ਲੱਗੇ ਸਾਡੀ ਖਾਹਿਸ਼ ਹੈ ਕਿ ਤੁਸੀਂ ਸੰਤਾਂ ਨੂੰ ਨੌਕਰੀ ਤੇ ਲੱਗੇ ਰਹਿਣ ਦਾ ਹੁਕਮ ਦਿਓ, ਜਿਸ ਕਰਕੇ ਉਹ ਸਾਡੇ ਨਾਲ ਲੜਾਈ ਦੇ ਵਿੱਚ ਵੀ ਜਾਣ। ਬਾਬਾ ਆਇਆ ਸਿੰਘ ਜੀ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਹਸਮੁਖ ਚਿਹਰੇ ਦੇ ਨਾਲ ਬੋਲੇ, ਕੱਲ ਨੂੰ ਤੁਸੀਂ ਜਵਾਲਾ ਸਿੰਘ ਨੂੰ ਇੱਥੇ ਲੈ ਕੇ ਆਇਓ, ਅਸੀਂ ਸਮਝਾ ਦੇਵਾਂਗੇ। ਮਹਾਂਪੁਰਸ਼ਾਂ ਦੇ ਮੁਖਾਰ ਬਿੰਦ ਤੋਂ ਅੰਮ੍ਰਿਤਮਈ ਬਚਨ ਸੁਣ ਕੇ ਕਰਨਲ ਸਾਹਿਬ ਤੇ ਹੋਰ ਅਫਸਰ ਪਿਸ਼ੌਰ ਛਾਉਣੀ ਵਾਪਸ ਆ ਗਏ। ਦੂਜੇ ਦਿਨ ਕਰਨਲ ਸਾਹਿਬ ਨੇ ਸੰਤ ਜਵਾਲਾ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਹੋਤੀ ਮਰਦਾਨ ਜਾਣ ਦਾ ਸੁਨੇਹਾ ਦਿੱਤਾ ਤਾਂ ਸੰਤ ਜੀ ਉਸੇ ਵੇਲੇ 5-7 ਸਾਥੀਆਂ ਸਮੇਤ ਹੋਤੀ ਮਰਦਾਨ ਡੇਰੇ ਪਹੁੰਚ ਗਏ। ਬਾਬਾ ਆਇਆ ਸਿੰਘ ਜੀ ਉਸ ਸਮੇਂ ਆਰਾਮਗਾਹ ਦੇ ਵਿੱਚ ਆਰਾਮ ਕਰ ਰਹੇ ਸੀ। ਆਰਾਮਗਾਹ ਦੇ ਬੂਹੇ ਅੱਗੇ ਖੜੇ ਹੋ ਕੇ ਸੰਤ ਗਲ ਵਿੱਚ ਪੱਲਾ ਪਾ ਕੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਲਈ ਬੈਰਾਗ ਦੇ ਵਿੱਚ ਅੰਤਰਾਤਮੇ ਅਰਦਾਸ ਕਰਨ ਲੱਗੇ। ਅਰਦਾਸ ਉਸੇ ਸਮੇਂ ਸੁਣੀ ਗਈ।
ਇੱਕਦਮ ਬੂਹਾ ਖੁੱਲਿਆ ਤੇ ਮਹਾਂਪੁਰਖ ਬਾਬਾ ਆਇਆ ਸਿੰਘ ਜੀ ਨੇ ਆਪਣੇ ਅਨੰਨ ਸੇਵਕ ਨੂੰ ਆਪਣੇ ਕੋਲ ਸੱਦ ਲਿਆ। ਸੰਤਾਂ ਕੋਲ ਪਹੁੰਚਦਿਆਂ ਬਾਬਾ ਜਵਾਲਾ ਸਿੰਘ ਜੀ ਬੈਰਾਗ ਦੇ ਵਿੱਚ ਡੰਡੌਤ ਬੰਦਨਾ ਕੀਤੀ ਤੇ ਉਨੀ ਦੇਰ ਚਰਨਾਂ ਵਿੱਚੋਂ ਮਸਤਕ ਨਾ ਚੁੱਕਿਆ ਜਿੰਨੀ ਦੇਰ ਮਹਾਂਪੁਰਸ਼ਾਂ ਨੇ ਆਪਣਾ ਮਿਹਰਾਂ ਭਰਿਆ ਹੱਥ ਸੰਤਾਂ ਦੇ ਸੀਸ ਤੇ ਨਾ ਰੱਖ ਦਿੱਤਾ। ਫਿਰ ਆਪਣੇ ਇਸ ਪਿਆਰੇ ਪੁੱਤਰ ਨੂੰ ਧੀਰਜ ਧਾਰਨ ਲਈ ਅੰਮ੍ਰਿਤਮਈ ਬਚਨ ਬੋਲੇ ਤੇ ਸੰਤਾਂ ਨੇ ਧੀਰਜ ਧਾਰਨ ਕਰਦਿਆਂ ਸਿਦਕ ਨਾਲ ਮਹਾਂਪੁਰਸ਼ਾਂ ਦੇ ਸਨਮੁਖ ਹੱਥ ਜੋੜ ਕੇ ਬੈਠਣਾ ਕੀਤਾ। ਸੰਤ ਆਇਆ ਸਿੰਘ ਜੀ ਨੇ ਅੰਮ੍ਰਿਤਮਈ ਬਚਨ ਕਰਦਿਆਂ ਕਿਹਾ ਕਿ ਤੁਸੀਂ ਪਲਟਣ ਵਿੱਚੋਂ ਨਾਮ ਕਟਵਾਉਣ ਲਈ ਅਰਜ਼ੀ ਕਿਉਂ ਦਿੱਤੀ ਹੈ? ਤਾਂ ਸੰਤ ਜੀ ਗੁਰਬਾਣੀ ਦਾ ਫਰਮਾਨ ਹਵਾਲਾ ਦਿੰਦਿਆਂ ਹੋਇਆਂ ਕਹਿਣ ਲੱਗੇ, ਬਾਰ ਪਰਾਇਆ ਬੈਸਣਾ ਸਾਈਂ ਮੁਝੈ ਨਾ ਦੇਹ। ਜੇ ਆਗਿਆ ਦੇਵੋ ਤਾਂ ਇਸ ਪਰ ਅਧੀਨਤਾ ਤੋਂ ਮੈਂ ਛੁਟਕਾਰਾ ਪਾ ਲਵਾਂ। ਦਾਸ ਦੀ ਤੀਬਰ ਇੱਛਾ ਹੈ ਕਿ ਬਾਕੀ ਰਹਿੰਦੀ ਆਪਣੀ ਜ਼ਿੰਦਗੀ ਆਪ ਜੀ ਦੇ ਚਰਨਾਂ ਵਿੱਚ ਹੀ ਬਤੀਤ ਕਰਾਂ ਤਾਂ ਕਿ ਮੇਰਾ ਇਹ ਜਨਮ ਸਫਲ ਹੋ ਸਕੇ। ਤਾਂ ਬਾਬਾ ਆਇਆ ਸਿੰਘ ਜੀ ਨੇ ਬਚਨ ਕੀਤਾ ਕਿ ਪਿਆਰੇ ਪੁੱਤਰ, ਤੁਹਾਡੇ ਨਾਮ ਕਟਵਾਉਣ ਦਾ ਅਜੇ ਸਮਾਂ ਨਹੀਂ ਆਇਆ। ਪਰਮ ਸੱਤਾ ਵਾਹਿਗੁਰੂ ਸਰਬ ਵਿਆਪਕ ਹਨ। ਇਸ ਲਈ ਉਸ ਪਰਮਾਤਮਾ ਨੂੰ ਹਾਜ਼ਰ ਹਜ਼ੂਰ ਸਮਝ ਕੇ ਬੰਦਗੀ ਅਤੇ ਸੇਵਾ ਕਰੋ। ਜਦ ਸਾਰੀ ਕਾਇਨਾਤ ਵਿੱਚ ਇੱਕ ਵਾਹਿਗੁਰੂ ਹੀ ਵਿਆਪਕ ਹੈ ਤਾਂ ਉਸ ਦੀ ਜੋਤ ਸਭ ਦੇ ਵਿੱਚ ਤੱਕਣੀ ਚਾਹੀਦੀ ਹੈ। ਫਿਰ ਕੌਣ ਰਾਜਾ, ਕੌਣ ਪਰਜਾ, ਕੌਣ ਹਾਕਮ ਤੇ ਕੌਣ ਮਹਿਕੂਮ, ਇਹ ਸਾਰੀਆਂ ਅਵਸਥਾਵਾਂ ਮਨ ਦੇ ਵਿੱਚ ਦੁਬਿਧਾ ਹੋਣ ਕਾਰਨ ਬਣਦੀਆਂ। ਬਸ ਤੁਹਾਨੂੰ ਸਤ ਸੰਗਤ ਦਾ ਪ੍ਰੇਮ ਨਹੀਂ ਤੋੜਨਾ ਚਾਹੀਦਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਸ ਲਈ ਸਾਡੀ ਤੁਹਾਨੂੰ ਇਹੀ ਆਗਿਆ ਹੈ ਕਿ ਬਾਹਰ ਜੰਗਲ ਦੇ ਵਿੱਚ ਜਾਵੋ, ਧਰਮ ਤੇ ਸਤ ਦਾ ਉਪਦੇਸ਼ ਦੇਵੋ। ਸਮੁੰਦਰੋਂ ਪਾਰ ਜਾਓਗੇ ਤਾਂ ਤੁਹਾਨੂੰ ਤੁਹਾਡੇ ਪਿਛਲੇ ਜਨਮਾਂ ਦੇ ਸਾਥੀ ਵੀ ਬੇੜਿਆਂ ਦੇ ਵਿੱਚ ਮਿਲਣਗੇ। ਹੁਣ ਜੇਕਰ ਨਾਮ ਕਟਵਾਉਂਦੇ ਹੋ ਤਾਂ ਬਹੁਤ ਵਿਘਨ ਹੈ। ਬਾਣੀ ਦਾ ਫਰਮਾਨ ਹੈ, ਸਾਹਿਬ ਸੰਕਟ ਵੈ ਸੇਵਕ ਭਜੈ, ਚਿਰੰਕਾਲ ਨ ਜੀਵੈ ਦੋ ਕੁਲ ਲੱਜੈ। ਬਾਬਾ ਆਇਆ ਸਿੰਘ ਜੀ ਨੇ ਚੇਤਾਵਨੀ ਦਿੱਤੀ ਕਿ ਇਸ ਸਮੇਂ ਸਰਕਾਰ ਦੇ ਸਿਰ ਤੇ ਲੜਾਈ ਦਾ ਭੂਤ ਸਵਾਰ ਹੈ। ਤੁਸੀਂ ਹੁਣ ਨਾਮ ਕਟਾਓਗੇ ਤਾਂ ਪਲਟਣ ਦੇ ਵਿੱਚ ਤੁਹਾਡੇ ਹੋਰ ਪ੍ਰੇਮੀ ਵੀ ਤੁਹਾਡਾ ਸਾਥ ਦੇ ਕੇ ਆਪਣਾ ਨਾਮ ਕਟਵਾ ਲੈਣਗੇ। ਇੱਥੋਂ ਤੱਕ ਕਿ ਤੁਹਾਡੀ ਪਲਟਣ ਦਾ ਕਰਨਲ ਵੀ ਪਲਟਣ ਛੱਡਣ ਲਈ ਤਿਆਰ ਹੈ। ਇਸ ਤਰ੍ਹਾਂ ਕਰਨ ਦੇ ਨਾਲ ਭਲਾ ਨਹੀਂ ਹੋਵੇਗਾ। ਸੰਤ ਦੀ ਦ੍ਰਿਸ਼ਟੀ ਤਾਂ ਸਰਬ ਲੋਕਾਈ ਦੇ ਭਲੇ ਵਾਸਤੇ ਹੁੰਦੀ ਹੈ। ਇਸ ਤਰ੍ਹਾਂ ਉਪਦੇਸ਼ ਕਰਦਿਆਂ ਬਾਬਾ ਆਇਆ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਨੂੰ ਹੋਰ ਵੀ ਬਹੁਤ ਸਾਰੇ ਵਰਦਾਨ ਦਿੱਤੇ ਤੇ ਕਿਹਾ, ਸਤਿਗੁਰੂ ਨਾਨਕ ਦੇਵ ਮਹਾਰਾਜ ਤੇਰੇ ਸਦਾ ਸਹਾਈ ਹੋਣਗੇ। ਹਰ ਪਲਟਣ, ਹਰ ਦੇਸ਼, ਹਰ ਥਾਂ ਸੰਗਤਾਂ ਦੇ ਵਿੱਚ ਤੁਹਾਡਾ ਸਤਿਕਾਰ ਹੋਵੇਗਾ। ਹਰ ਮੋਰਚੇ ਵਿੱਚ ਫੌਜਾਂ ਦਾ ਬਚਾਅ ਹੋਵੇਗਾ ਤੁਹਾਡੇ ਜਾਣ ਕਰਕੇ। ਜੇ ਤੁਹਾਡੇ ਦਿਲ ਵਿੱਚ ਇਹ ਗੱਲ ਹੈ ਕਿ ਜੰਗ ਦੇ ਮੈਦਾਨ ਵਿੱਚ ਤੁਹਾਨੂੰ ਮੁਰਦੇ ਦੇਖਣੇ ਪੈਣਗੇ ਤਾਂ ਇਸ ਤੋਂ ਬਿਲਕੁਲ ਘਬਰਾਉਣਾ ਨਹੀਂ। ਸੰਤ ਜਵਾਲਾ ਸਿੰਘ ਜੀ ਅਜਿਹੇ ਬਖਸ਼ਿਸ਼ਮਈ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਬਾਕੀ ਸੰਗਤ ਦੇ ਨਾਲ ਪਿਸ਼ੌਰ ਆਪਣੀ ਪਲਟਣ ਦੇ ਵਿੱਚ ਵਾਪਸ ਆ ਗਏ। ਸੰਗਤਾਂ ਨੇ ਜਦੋਂ ਸੁਣਿਆ ਵੀ ਸੰਤ ਵੀ ਸਾਡੇ ਨਾਲ ਜੰਗ ਦੇ ਵਿੱਚ ਜਾਣਗੇ ਤਾਂ ਸਾਰਿਆਂ ਨੂੰ ਬਹੁਤ ਦਿਲੀ ਖੁਸ਼ੀ ਹੋਈ। ਸੋ 1914 ਵਿੱਚ ਪਹਿਲੀ ਜਿਹੜੀ ਵਿਸ਼ਵ ਜੰਗ ਹੋਈ, ਜਰਮਨੀ ਦੇ ਚਾਂਸਲਰ ਬਿਸਮਾਰਕ ਨੇ ਫਰਾਂਸ ਨੂੰ ਮਿੱਤਰਹੀਣ ਬਣਾਉਣ ਦਾ ਯਤਨ ਕੀਤਾ। ਇਸੇ ਉਦੇਸ਼ ਦੀ ਪੂਰਤੀ ਲਈ ਉਸਨੇ ਇਟਲੀ ਅਤੇ ਆਸਟਰੀਆ ਨੂੰ ਆਪਣੇ ਨਾਲ ਮਿਲਾ ਕੇ 1882 ਈਸਵੀ ਵਿੱਚ ਤਿੰਨ ਪੱਖੀ ਮੰਡਲ ਬਣਾ ਲਿਆ। ਆਪਣੀ ਸੰਕਟਮਈ ਸਥਿਤੀ ਨੂੰ ਵੇਖਦਿਆਂ ਫਰਾਂਸ ਨੇ ਵੀ ਆਪਣੇ ਮਿੱਤਰ ਲੱਭਣ ਦੇ ਯਤਨ ਕੀਤੇ। ਜਰਮਨ ਦਾ ਆਸਟਰੀਆ ਵੱਲ ਝੁਕਾਅ ਹੋਣ ਦੇ ਕਾਰਨ
रूस ਅਤੇ ਜਰਮਨੀ ਦਾ ਆਪਸੀ ਵਿਰੋਧ ਉਤਪੰਨ ਹੋ ਗਿਆ। ਇਸ ਲਈ ਫਰਾਂਸ ਨੇ 1894 ਈਸਵੀ ਵਿੱਚ ਰੂਸ ਦੇ ਨਾਲ ਸੰਧੀ ਕਰ ਲਈ। ਇੰਗਲੈਂਡ ਨੂੰ ਵੀ ਅਜਿਹੇ ਹਾਲਾਤਾਂ ਵਿੱਚ ਦੂਜੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਕਾਇਮ ਕਰਨੇ ਪਏ। ਜਦ ਜਰਮਨੀ ਨਾਲ ਉਹ ਮਿੱਤਰਤਾ ਸਥਾਪਿਤ ਕਰਨ ਵਿੱਚ ਅਸਫਲ ਰਿਹਾ ਤਾਂ ਉਸਨੇ 1902 ਵਿੱਚ ਜਾਪਾਨ ਦੇ ਨਾਲ ਸੰਧੀ ਕਰ ਲਈ। ਇਸ ਤੋਂ ਬਾਅਦ ਉਹਨੇ 1904 ਵਿੱਚ ਫਰਾਂਸ ਨਾਲ ਸਮਝੌਤਾ ਕੀਤਾ, 1908 ਵਿੱਚ ਰੂਸ ਨਾਲ ਸਮਝੌਤਾ ਕੀਤਾ। ਇਸ ਤਰ੍ਹਾਂ ਇੰਗਲੈਂਡ, ਰੂਸ ਅਤੇ ਫਰਾਂਸ ਨੇ ਮਿਲ ਕੇ 3 ਰਾਸ਼ਟਰੀ ਸਮਝੌਤੇ ਕੀਤੇ। ਇਸ ਤਰ੍ਹਾਂ ਯੂਰਪ 2 ਧੜਿਆਂ ਦੇ ਵਿੱਚ ਵੰਡਿਆ ਗਿਆ ਅਤੇ ਈਰਖਾ ਦਵੇਸ਼ ਭਾਵਨਾ ਪੈਦਾ ਹੋ ਗਈ। ਪੂਰਬ ਵਿੱਚ ਵੀ ਇਹ ਦੇਸ਼ ਆਪਣੇ ਪ੍ਰਭਾਵ ਦਾ ਵਿਸਥਾਰ ਕਰਨ ਲਈ ਯਤਨਸ਼ੀਲ ਸਨ। ਜਰਮਨੀ ਦੇ ਬਾਦਸ਼ਾਹ ਵਿਲੀਅਮ ਕੈਸਰ ਇੱਕ ਬਹੁਤ ਚਾਹਵਾਨ ਵਿਅਕਤੀ ਸੀ। ਉਹ ਜਰਮਨੀ ਨੂੰ ਸੰਸਾਰ ਦੀ ਪਹਿਲੀ ਸ਼੍ਰੇਣੀ ਦੀ ਸ਼ਕਤੀ ਬਣਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਦੀ ਹਾਲਤ ਨੇ ਯੁੱਧ ਦਾ ਮਾਹੌਲ ਤਿਆਰ ਕਰ ਦਿੱਤਾ, ਜਿਸ ਦਾ ਪ੍ਰਗਟਾਵਾ 1914 ਨੂੰ ਪਹਿਲੇ ਮਹਾਯੁੱਧ ਦੇ ਰੂਪ ਦੇ ਵਿੱਚ ਹੋਇਆ। ਇਹ ਯੁੱਧ ਕੋਈ 4 ਸਾਲ ਤੱਕ ਚੱਲਦਾ ਰਿਹਾ। ਇਸ ਵਿੱਚ ਲਗਭਗ ਯੂਰਪ ਦੇ ਸਾਰੇ ਦੇਸ਼ਾਂ ਨੇ ਹਿੱਸਾ ਲਿਆ। ਅਜਿਹਾ ਯੁੱਧ ਸੰਸਾਰ ਵਿੱਚ ਪਹਿਲਾਂ ਕਦੇ ਨਹੀਂ ਸੀ ਲੜਿਆ ਗਿਆ। ਇਸ ਯੁੱਧ ਵਿੱਚ ਭਾਰਤੀ ਫੌਜਾਂ ਨੂੰ ਵੀ ਸ਼ਾਮਲ ਹੋਣਾ ਪਿਆ। ਜ਼ਿਆਦਾ ਕਰਕੇ ਸਿੱਖ ਇਸ ਜੰਗ ਦੇ ਵਿੱਚ ਸ਼ਾਮਲ ਕੀਤੇ ਗਏ। ਇਸੇ ਕਰਕੇ 35 ਸਿੱਖ ਰੈਜੀਮੈਂਟ ਨੂੰ ਵੀ ਲੜਾਈ ਵਿੱਚ ਸ਼ਾਮਲ ਕਰਨ ਵਾਸਤੇ ਪਿਸ਼ੌਰ ਤੋਂ ਰਾਵਲਪਿੰਡੀ ਨੂੰ ਮਾਰਚ ਕਰਨਾ ਪਿਆ। ਸੰਤ ਜਵਾਲਾ ਸਿੰਘ ਜੀ ਦਾ ਅਦਬ ਇੱਕ ਸਾਧੂ ਰੂਹ ਕਰਕੇ ਸਾਰੇ ਕਰਦੇ ਸੀ, ਜਿਸ ਕਰਕੇ 35 ਸਿੱਖ ਰੈਜੀਮੈਂਟ ਜੰਗ ਵਿੱਚ ਚਲੇ ਗਈ, ਪਰ ਸੰਤ ਜਵਾਲਾ ਸਿੰਘ ਨੂੰ ਛਾਉਣੀ ਵਿੱਚ ਹੀ ਰਹਿਣ ਦਿੱਤਾ। ਰਾਵਲਪਿੰਡੀ ਸਿੱਖ ਰੈਜੀਮੈਂਟਾਂ ਤੇ ਰੰਗਰੂਟਾਂ ਲਈ ਸਿਖਲਾਈ ਦਾ ਕੇਂਦਰ ਸੀ। ਜਦੋਂ ਹੋਰ ਭਰਤੀ ਦੀ ਲੋੜ ਪੈਂਦੀ ਤਾਂ ਰਾਵਲਪਿੰਡੀ ਤੋਂ ਹੀ ਟ੍ਰੇਨਡ ਨੌਜਵਾਨਾਂ ਦੇ ਜਥੇ ਯੁੱਧ ਵਿੱਚ ਭੇਜੇ ਜਾਂਦੇ। 1915 ਦੇ ਪਹਿਲੇ ਮਹੀਨੇ ਦੀ 1 ਤਰੀਕ ਨੂੰ ਸੰਤ ਜਵਾਲਾ ਸਿੰਘ ਜੀ ਦਾ ਨਾਮ ਵੀ ਲੜਾਈ ਵਿੱਚ ਜਾਣ ਵਾਲੇ 200 ਸਿੰਘਾਂ ਦੇ ਜਥੇ ਵਿੱਚ ਪਾ ਦਿੱਤਾ ਗਿਆ। ਇਹ ਜਥਾ ਸੰਤਾਂ ਸਮੇਤ ਰਾਵਲਪਿੰਡੀ ਤੋਂ ਬੰਬਈ ਬੰਦਰਗਾਹ ਤੇ ਰਾਵਲਪਿੰਡੀ ਤੋਂ ਬੰਬਈ ਬੰਦਰਗਾਹ ਤੇ ਪਹੁੰਚ ਗਿਆ। 5-6 ਦਿਨਾਂ ਪਿੱਛੋਂ ਜੰਗੀ ਸਮਾਨ ਤੇ ਰਾਸ਼ਨ ਦਾ ਭਰਿਆ ਜਹਾਜ਼ ਆਇਆ, ਜਿਸ ਵਿੱਚ ਇਹ ਸਾਰਾ ਜਥਾ ਰਵਾਨਾ ਹੋ ਗਿਆ। ਇਸ ਜਹਾਜ਼ ਨੂੰ ਫਰਾਂਸ ਵਿੱਚ ਮਾਰਸ਼ਲ ਬੰਦਰਗਾਹ ਤੇ ਪਹੁੰਚਦਿਆਂ ਕੋਈ 20 ਦਿਨ ਲੱਗੇ ਤੇ ਜਥੇ ਨੂੰ ਰੈਸਟ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਥੇ ਵੀ ਪੰਜਾਬ ਵਾਂਗ ਸੰਤਾਂ ਨੇ ਨਿਤਨੇਮ ਅਤੇ ਸ਼ਾਮ ਦੇ ਰਹਿ ਰਾਸ ਦੇ ਦੀਵਾਨ ਸਜਾਉਣੇ ਨਾ ਛੱਡੇ। ਲਗਭਗ 9:30 ਵਜੇ ਰਾਤ ਤੱਕ ਦੀਵਾਨ ਸਜਿਆ ਰਹਿੰਦਾ। ਭਾਵੇਂ ਇੱਥੇ ਸਰਦੀ ਬਹੁਤ ਜ਼ਿਆਦਾ ਸੀ, ਫਿਰ ਵੀ ਸੰਤ ਮਹਾਰਾਜ ਸਿਰਫ ਇੱਕ ਖਾਕੀ ਚਾਦਰ ਉੱਤੇ ਲੈ ਕੇ ਇਕਾਂਤ ਵਿੱਚ ਨਿਕਲ ਜਾਂਦੇ ਤੇ ਸਾਰੀ ਰਾਤ ਚੌਂਕੜਾ ਮਾਰ ਕੇ ਤਪ ਕਰਦੇ ਬਤੀਤ ਕਰ ਦਿੰਦੇ। ਅੰਮ੍ਰਿਤ ਵੇਲੇ ਸਾਰਿਆਂ ਦੇ ਜਾਗਣ ਤੋਂ ਪਹਿਲਾਂ ਫਿਰ ਮਹਾਂਪੁਰਸ਼ਾਂ ਨੇ ਆਪਣੇ ਆਸਣ ਤੇ ਆ ਜਾਣਾ ਤੇ ਫੌਜੀ ਡਿਸਪਲਿਨ ਵਿੱਚ ਆਪਣੇ ਆਪ ਨੂੰ ਤਾਇਨਾਤ ਕਰ ਲੈਣਾ। ਮਾਰਸ਼ਲ ਸ਼ਹਿਰ ਵਿੱਚ ਇਹ ਰੈਸਟ ਕੈਂਪ ਬਹੁਤ ਵੱਡਾ ਸੀ। ਇਸ ਰੈਸਟ ਕੈਂਪ ਨੂੰ ਲੜਾਈ ਵਿੱਚ ਨਵੇਂ ਜਥੇ ਭੇਜਣ ਅਤੇ ਫੱਟੜ ਫੌਜੀਆਂ ਦੀ ਮੱਲਮ ਪੱਟੀ ਕਰਨ ਵਜੋਂ ਵਰਤਿਆ ਜਾਂਦਾ ਸੀ। ਸੰਤ ਭਗਤ ਸਿੰਘ 35 ਪੰਜਾਬੀ ਪਲਟਣ ਵਿੱਚ ਸ਼ਾਮਲ ਹੋ ਕੇ ਯੁੱਧ ਵਿੱਚ ਜੂਝਣ ਵਾਸਤੇ ਗਏ ਹੋਏ ਸੀ ਤੇ ਜ਼ਖਮੀ ਹੋ ਗਏ। ਉਹਨਾਂ ਨੂੰ ਇੱਥੇ ਰੈਸਟ ਕੈਂਪ ਦੇ ਵਿੱਚ ਲਿਆਂਦਾ ਗਿਆ। ਜਦੋਂ ਹੋਰ ਨੌਜਵਾਨਾਂ ਨੇ ਸੰਤ ਭਗਤ ਸਿੰਘ ਨੂੰ ਦੱਸਿਆ ਕਿ ਇੱਥੇ ਇੱਕ ਹੋਰ ਮਹਾਂਪੁਰਸ਼ ਵੀ ਆਏ ਹੋਏ ਹਨ ਜਿਨ੍ਹਾਂ ਦੇ ਚਿਹਰੇ ਦਾ ਜਲਾਲ ਅਗੰਮੀ ਹੈ, ਤਾਂ ਉਹਨਾਂ ਦੇ ਮਨ ਵਿੱਚ ਸੰਤ ਜਵਾਲਾ ਸਿੰਘ ਜੀ ਨੂੰ ਦੇਖਣ ਦੀ ਬੜੀ ਤੀਬਰ ਇੱਛਾ ਉਤਪੰਨ ਹੋਈ। ਤੇ ਇਹ ਵੀ ਸੱਚ ਸੀ ਕਿ ਜਿਹੜਾ ਵੀ ਵਿਅਕਤੀ ਸੰਤ ਜਵਾਲਾ ਸਿੰਘ ਜੀ ਨੂੰ ਇੱਕ ਵਾਰੀ ਦੇਖ ਲੈਂਦਾ ਸੀ ਤਾਂ ਉਸ ਦਾ ਦਿਲ ਕਰਦਾ ਸੀ ਕਿ ਸੰਤ ਮਹਾਰਾਜ ਦੇ ਚਿਹਰੇ ਦੇ ਜਲਾਲ ਨੂੰ ਦੇਖੀ ਜਾਈਏ।
ਮਿੱਠ ਬੋਲੜੇ ਸੰਤ ਜਵਾਲਾ ਸਿੰਘ ਜਦੋਂ ਆਏ ਹੋਏ ਕਿਸੇ ਸੰਗੀ ਨਾਲ ਬਚਨ ਕਰਦੇ ਤਾਂ ਬਚਨ ਸੁਣਨ ਵਾਲੇ ਦਾ ਹਿਰਦਾ ਗਦਗਦ ਹੋ ਉੱਠਦਾ। ਇਹਨਾਂ ਸਾਰੀਆਂ ਗੱਲਾਂ ਦਾ ਫੌਜੀ ਸਾਥੀਆਂ ਨੂੰ ਵੀ ਭੇਤ ਸੀ। ਸੋ ਉਹਨਾਂ ਨੇ ਸੰਤ ਭਗਤ ਸਿੰਘ ਨੂੰ ਇਹ ਸਾਰੀ ਵਿਥਿਆ ਕਹਿ ਸੁਣਾਈ। ਉਦੋਂ ਸੰਤ ਜਵਾਲਾ ਸਿੰਘ ਜੀ ਦੀ ਸਰੀਰਕ ਉਮਰ 25 ਕੁ ਸਾਲ ਦੀ ਸੀ ਤੇ ਉਤੋਂ ਵਾਹਿਗੁਰੂ ਦੀ ਬੰਦਗੀ ਦਾ ਪ੍ਰਤਾਪ। ਫੌਜੀ ਜਵਾਨ ਤਾਂ ਸਮਝਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਨੂੰ ਪੂਰਨ ਪਦਵੀ ਬਖਸ਼ ਕੇ ਸਾਡੀ ਰੱਖਿਆ ਕਰਨ ਵਾਸਤੇ ਜੰਗ ਵਿੱਚ ਭੇਜਿਆ ਹੈ, ਤਾਂ ਕਿ ਉਦਾਸ ਅਤੇ ਕਮਜ਼ੋਰ ਫੌਜੀ ਸਿੰਘ ਨਿਡਰ ਅਤੇ ਬਹਾਦਰ ਬਣ ਸਕਣ। ਇਹ ਸਾਰੀ ਸਿਫਤ ਸਲਾਹ ਸੁਣ ਕੇ ਸੰਤ ਭਗਤ ਸਿੰਘ ਜੀ ਬੜੇ ਖੁਸ਼ ਹੋਏ ਤੇ ਮਨ ਵਿੱਚ ਖਾਹਿਸ਼ ਪੈਦਾ ਕੀਤੀ ਕਿ ਸੰਤਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਸੰਤਾਂ ਦੀ ਰੈਜੀਮੈਂਟ ਅਤੇ ਕੈਂਪ ਦਾ ਥਾਂ ਪੁੱਛਿਆ ਤਾਂ ਨੌਜਵਾਨਾਂ ਨੇ ਦੱਸਿਆ ਕਿ ਰਾਤ ਨੂੰ ਦੀਵਾਨ ਸਜਦੇ ਹਨ, ਉੱਥੇ ਖੁੱਲ੍ਹੇ ਦਰਸ਼ਨ ਕੀਤੇ ਜਾ ਸਕਦੇ ਹਨ। ਉੱਥੇ ਸੰਤ ਜਦੋਂ ਸ਼ਬਦਾਂ ਦੀ ਧਾਰਨਾ ਪੜ੍ਹਦੇ ਹਨ ਤਾਂ ਬਚਨ ਸਿੱਧੇ ਸੀਨੇ ਵਿੱਚ ਘਾਓ ਕਰ ਜਾਂਦੇ ਹਨ ਅਤੇ ਸਹਿਜ ਸੁਖ ਪ੍ਰਦਾਨ ਹੁੰਦਾ ਹੈ। ਅੰਮ੍ਰਿਤ ਵੇਲਾ ਹੋਇਆ ਤਾਂ ਸਾਰਿਆਂ ਨੇ ਸ਼ੌਚ ਇਸ਼ਨਾਨ ਕੀਤਾ, ਦੀਵਾਨ ਸੁਣਨ ਵਾਸਤੇ ਚਲੇ ਗਏ। ਸੰਤ ਜਵਾਲਾ ਸਿੰਘ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠੇ ਹੋਏ ਸੀ ਤੇ ਦੀਵਾਨ ਬੜੇ ਅਦਬ ਦੇ ਨਾਲ ਸਜਿਆ ਹੋਇਆ ਸੀ। ਸੰਤ ਭਗਤ ਸਿੰਘ ਜੀ ਦੇ ਜਥੇ ਨੇ ਮਹਾਰਾਜ ਅੱਗੇ ਆਣ ਕੇ ਨਮਸਕਾਰ ਕੀਤੀ ਤੇ ਯੋਗ ਸਥਾਨ ਦੇਖ ਕੇ ਬੈਠ ਗਏ। ਪਰ ਸੰਤ ਭਗਤ ਸਿੰਘ ਜੀ ਦੇ ਨੇਤਰ ਸੰਤਾਂ ਵੱਲ ਹੀ ਲੱਗੇ ਹੋਏ ਸੀ। ਕੀਰਤਨ ਦੀ ਸਮਾਪਤੀ ਹੋਈ ਤੇ ਸੰਤ ਮਹਾਰਾਜ ਜਵਾਲਾ ਸਿੰਘ ਜੀ ਨੂੰ ਰੋਜ਼ ਵਾਂਗ ਸੰਗਤ ਨੇ ਸ਼ਬਦ ਪੜ੍ਹਨ ਲਈ ਬੇਨਤੀ ਕੀਤੀ ਤੇ ਸੰਤਾਂ ਨੇ ਸਿੱਧੀ ਧਾਰਨਾ ਲਾਈ, ਜੋ ਲੜੇ ਦੀਨ ਕੇ ਹੇਤ ਸੂਰਾ ਸੋਈ, ਸੂਰਾ ਸੋਈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਇਸ ਸ਼ਬਦ ਦੇ ਨਾਲ ਜਦੋਂ ਇਹ ਧਾਰਨਾ ਪੜ੍ਹੀ, ਸੰਤਾਂ ਦੀ ਰਸਨਾ ਤੋਂ ਇਸ ਸ਼ਬਦ ਦੀ ਧਾਰਨਾ ਪੰਚਮ ਦੀ ਸੁਰ ਦੇ ਵਿੱਚ ਜਦੋਂ ਪੜ੍ਹੀ ਗਈ, ਜਿਸ ਤਰ੍ਹਾਂ ਅਸਮਾਨ ਦੇ ਵਿੱਚ ਬੱਦਲ ਗੱਜਦੇ ਹਨ, ਇਸ ਜਾਦੂਈ ਆਵਾਜ਼ ਨੇ ਦੀਵਾਨ ਵਿੱਚ ਬੈਠੇ ਫੌਜੀਆਂ ਦੇ ਮਨਾਂ ਨੂੰ ਕੀਲ ਲਿਆ। ਕਾਇਰਾਂ ਦੇ ਵੀ ਹੌਸਲੇ ਬੁਲੰਦ ਹੋ ਗਏ। ਤੋ ਇਸ ਤਰ੍ਹਾਂ ਦੀਵਾਨ ਦੀ ਫਿਰ ਸਮਾਪਤੀ ਹੋਈ। ਕੜਾਹ ਪ੍ਰਸ਼ਾਦ ਛਕ ਕੇ ਸੰਗਤਾਂ ਆਪੋ ਆਪਣੇ ਆਸਣਾਂ ਤੇ ਪਹੁੰਚੀਆਂ। ਬਾਅਦ ਵਿੱਚ ਸੰਤ ਭਗਤ ਸਿੰਘ ਜੀ ਵੀ ਪੁੱਛਦੇ ਪੁੱਛਦੇ ਸੰਤਾਂ ਦੇ ਆਸਣ ਕੋਲ ਆ ਗਏ। ਮਿਲਦੇ ਸਾਰ ਬੜੇ ਸਤਿਕਾਰ ਨਾਲ ਫਤਿਹ ਬੁਲਾ ਕੇ ਇੱਕ ਦੂਜੇ ਦੇ ਚਰਨੀ ਲੱਗੇ, ਬੈਠ ਗਏ। ਇਕੱਠਿਆਂ ਜਲ ਪਾਣੀ ਛਕਿਆ। ਦੋਨਾਂ ਮਹਾਂਪੁਰਸ਼ਾਂ ਵਿੱਚ ਮਿਠਾਸ ਤੇ ਪਿਆਰ ਭਰੀ ਵਾਰਤਾ ਸ਼ੁਰੂ ਹੋ ਗਈ। ਸੋ ਕਿਸੇ ਵੀ ਵਿਅਕਤੀ ਦੀ ਜਿਹੜੀ ਪਛਾਣ ਹੈ ਇਸ ਗੱਲ ਤੋਂ ਕੀਤੀ ਜਾ ਸਕਦੀ ਹੈ ਕਿ ਉਹ ਸੰਗਤ ਕਿਹੋ ਜਿਹੀ ਰੱਖਦਾ ਹੈ। ਇਸ ਲਈ ਦੋਹਾਂ ਸੰਤ ਆਤਮਾਵਾਂ ਨੇ ਸਭ ਤੋਂ ਪਹਿਲਾਂ ਇਹੋ ਹੀ ਪੁੱਛਿਆ ਕਿ ਉਹਨਾਂ ਨੇ ਸੰਗਤ ਕਿਹੜੇ ਮਹਾਂਪੁਰਸ਼ਾਂ ਦੀ ਕੀਤੀ ਹੈ। ਤਾਂ ਸੰਤ ਜਵਾਲਾ ਸਿੰਘ ਜੀ ਨੇ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੀ ਸਿਫਤ ਕੀਤੀ ਵੀ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਦੇ ਕਾਰਨ ਸੰਤਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ। ਜਦੋਂ ਸੰਤ ਭਗਤ ਸਿੰਘ ਨੇ ਬਾਬਾ ਆਇਆ ਸਿੰਘ ਜੀ ਦਾ ਨਾਮ ਸੁਣਿਆ ਤਾਂ ਬਹੁਤ ਪ੍ਰਸੰਨ ਹੋਏ, ਕਿਉਂਕਿ ਸੰਤ ਭਗਤ ਸਿੰਘ ਜੀ ਦੇ ਉੱਤੇ ਵੀ ਸੰਤ ਆਇਆ ਸਿੰਘ ਜੀ ਦੀ ਹੀ ਬਖਸ਼ਿਸ਼ ਸੀ। ਇਸ ਹਿਸਾਬ ਦੇ ਨਾਲ ਸੰਤ ਜਵਾਲਾ ਸਿੰਘ ਜੀ ਤੇ ਸੰਤ ਭਗਤ ਸਿੰਘ ਜੀ ਗੁਰ ਭਾਈ ਨਿਕਲੇ। ਗੁਰ ਭਾਈ ਹੋਣ ਦੀ ਹੈਸੀਅਤ ਵਿੱਚ ਦੋਹਾਂ ਪਵਿੱਤਰ ਆਤਮਾਵਾਂ ਦਾ ਆਪਸ ਵਿੱਚ ਸਨੇਹ ਇੱਕਦਮ ਇੰਨਾ ਜਾਗ ਪਿਆ ਕਿ ਇਕੱਠਿਆਂ ਪ੍ਰੀਤੀ ਭੋਜਨ ਕੀਤਾ ਤੇ ਕਈ ਦਿਨ ਬ੍ਰਹਮ ਵਿਦਿਆ ਦੀ ਵਿਚਾਰ ਦੇ ਵਿੱਚ ਆਨੰਦਿਤ ਹੋ ਕੇ ਬਤੀਤ ਕੀਤੇ। ਸੋ ਲੜਾਈ ਜ਼ੋਰਾਂ ਤੇ ਸੀ। ਕੋਤਲ ਮਾਰੇ ਦਾ ਮੋਰਚਾ ਭਖਿਆ ਪਿਆ ਸੀ। ਕੋਤਲ ਮਾਰੇ ਦਾ ਮੋਰਚਾ ਮਿਸਰ ਦੇ ਦੋ ਵੱਡੇ ਦਰਿਆਵਾਂ ਦਜਲਾ ਤੇ ਫਰਾਤ ਦੇ ਵਿਚਕਾਰ ਸ਼ਮਸੀ ਦੀ ਜਗ੍ਹਾ ਤੇ ਸੀ। ਇਸ ਮੋਰਚੇ ਵਿੱਚ ਫੌਜਾਂ ਦਾ ਕਾਫੀ ਲਹੂ ਡੁੱਲਿਆ,
ਪਰ ਮੋਰਚਾ ਫਤਿਹ ਨਹੀਂ ਸੀ ਹੋ ਰਿਹਾ। ਸੰਤ ਜਵਾਲਾ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ 200 ਸਿੰਘਾਂ ਦੇ ਜਥੇ ਨੇ 47 ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋ ਕੇ ਮੋਰਚੇ ਵੱਲ ਨੂੰ ਕੂਚ ਕਰ ਦਿੱਤਾ। ਪਰ ਕੁਦਰਤ ਨੇ ਅਜਿਹਾ ਖੇਡ ਵਰਤਾਇਆ ਕਿ ਕੋਤਲ ਮਾਰੇ ਜਿੰਨੀਆਂ ਵੀ ਫੌਜਾਂ ਸਨ ਉਹਨਾਂ ਸਾਰੀਆਂ ਫੌਜਾਂ ਨੂੰ ਦੁਸ਼ਮਣ ਨੇ ਘੇਰਾ ਪਾ ਲਿਆ। ਸੰਤਾਂ ਦਾ ਜਥਾ ਅਜੇ ਮੋਰਚੇ ਵਾਲੀ ਥਾਂ ਤੋਂ 30-40 ਮੀਲ ਉਰੇ ਹੀ ਸੀ। ਪਰੇਡ ਥੰਮ ਕਰਨ ਲਈ ਹੁਕਮ ਆ ਗਿਆ। ਅਗਲੇ ਹੁਕਮ ਆਉਣ ਤੱਕ ਇੱਥੇ ਸਥਿਰ ਰਹਿਣ ਲਈ ਕਿਹਾ ਗਿਆ। ਇਸ ਕਰਕੇ 47 ਸਿੱਖ ਰੈਜੀਮੈਂਟ ਮੋਰਚੇ ਵਿੱਚ ਦੁਸ਼ਮਣ ਦੇ ਘੇਰੇ ਵਿੱਚ ਆਉਣ ਤੋਂ ਬਚ ਗਈ। ਸੰਤ ਜੀ ਤੇ ਰੈਜੀਮੈਂਟ ਨੇ ਆਪਣਾ ਕੈਂਪ ਦਜਲਾ ਦਰਿਆ ਦੇ ਨੇੜੇ ਤੇ ਯਰੂਸ਼ਲਮ ਦੇ ਲਾਗੇ ਹੀ ਲਾ ਲਿਆ। ਸੋ ਇਸ ਤਰ੍ਹਾਂ ਨਾਲ ਇੱਥੇ ਰਹਿੰਦਿਆਂ ਸੰਤ ਜਵਾਲਾ ਸਿੰਘ ਜੀ ਦਾ ਮਿਲਾਪ ਸੰਤ ਮੱਘਰ ਸਿੰਘ ਜੀ ਰਾਮਗੜ੍ਹ ਭੁੱਲਰ ਵਾਲਿਆਂ ਦੇ ਨਾਲ ਹੋਇਆ। ਸੋ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਭੁੱਲਰ ਵਾਲੇ ਜੋ ਕਿ ਕਾਫੀ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾ ਕਰ ਹੋਏ ਹੋਣ ਕਰਕੇ ਬਹੁਤ ਉਦਾਸ ਸਨ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ 47 ਸਿੱਖ ਰੈਜੀਮੈਂਟ ਆਈ ਹੋਈ ਹੈ ਤੇ ਉਹਨਾਂ ਨੇ ਨਿਸ਼ਾਨ ਸਾਹਿਬ ਝੂਲਦਾ ਹੋਇਆ ਦੂਰੋਂ ਦਰਸ਼ਨ ਕੀਤੇ ਤੇ ਜਦੋਂ ਪਤਾ ਲੱਗਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤਾਂ ਉਹ ਦਰਸ਼ਨ ਕਰਨ ਵਾਸਤੇ ਪਹੁੰਚੇ। ਜਦੋਂ ਦਰਸ਼ਨ ਕਰਨ ਲਈ ਨੇੜੇ ਆਏ ਤਾਂ ਅੱਗਿਓਂ ਸੰਤ ਜਵਾਲਾ ਸਿੰਘ ਜੀ ਮੋਹਰਿਓਂ ਲੈਣ ਵਾਸਤੇ ਆਏ, ਜਿਵੇਂ ਪਹਿਲਾਂ ਹੀ ਇਸ ਗੱਲ ਦੀ ਇਲਾਹੀ ਜਾਣਕਾਰੀ ਹੋਵੇ ਕਿ ਕੋਈ ਮਹਾਂਪੁਰਸ਼ ਆ ਰਹੇ ਹਨ। ਦੋਵਾਂ ਸਾਧੂਆਂ ਨੇ ਬੜੇ ਪਿਆਰ ਦੇ ਨਾਲ ਆਪਸ ਦੇ ਵਿੱਚ ਮੇਲ ਕੀਤਾ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਂ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦਾ ਆਪਸ ਦੇ ਵਿੱਚ ਬੜਾ ਪ੍ਰੇਮ ਬਣ ਗਿਆ। 47 ਸਿੱਖ ਰੈਜੀਮੈਂਟ ਯਰੂਸ਼ਲਮ ਤੋਂ ਮਿਸਰ ਦੇ ਮਸ਼ਹੂਰ ਸ਼ਹਿਰ ਸਿਕੰਦਰੀਆ ਚਲੇ ਗਈ ਤੇ ਕੁਝ ਮਹੀਨਿਆਂ ਬਾਅਦ ਦਮਸ਼ਕ ਹੁੰਦੀ ਹੋਈ ਫਰਾਂਸ ਦੀ ਰਾਜਧਾਨੀ ਪੈਰਿਸ ਚਲੀ ਗਈ। ਸੋ ਸੰਤ ਜਵਾਲਾ ਸਿੰਘ ਜੀ ਦਾ ਜੋ ਨੇਮ ਸੀ, ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹ ਪੈਰਿਸ ਆ ਕੇ ਵੀ ਇਸੇ ਤਰ੍ਹਾਂ ਜਾਰੀ ਰੱਖਿਆ। ਇੱਥੇ ਮਹਾਰਾਜ ਇੱਕ ਸ਼ਬਦ ਵਾਰ-ਵਾਰ ਪੜ੍ਹਦੇ, ਹੋਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਇੱਥੇ ਹੀ ਸੰਤ ਮਹਾਰਾਜ ਜੀ ਦਾ ਮਿਲਾਪ ਸੰਤ ਮੇਹਰ ਸਿੰਘ ਜੀ ਨਾਲ ਹੋਇਆ, ਵਿਚਾਰ ਵਟਾਂਦਰਾ ਹੋਇਆ। ਜੋ ਸੰਤ ਬਾਬਾ ਆਇਆ ਸਿੰਘ ਜੀ ਨੇ ਬਚਨ ਕੀਤੇ ਸੀ ਬਈ ਤੁਹਾਨੂੰ ਉੱਥੇ ਗਿਆ ਨੂੰ ਤੁਹਾਡੇ ਪਿਛਲੇ ਪੁਰਾਣੇ ਸਾਥੀ ਮਿਲਣਗੇ, ਉਹ ਬਚਨ ਸੱਤ ਹੋ ਰਹੇ ਸੀ। ਇੱਕ ਤੋਂ ਇੱਕ ਵੱਧ ਕੇ ਕਮਾਈ ਵਾਲੇ ਸਾਧੂਆਂ ਦਾ ਮਿਲਾਪ ਹੋ ਰਿਹਾ ਸੀ। ਤੋ ਇਹ ਜੋ ਸੰਤ ਮੇਹਰ ਸਿੰਘ ਜੀ ਸਨ, ਇਹ ਜ਼ਿਲ੍ਹਾ ਜਲੰਧਰ ਦੇ ਨੇੜੇ ਨਿਜਰਾ ਪਿੰਡ ਦੇ ਰਹਿਣ ਵਾਲੇ ਸੀ। ਸੋ ਮਹਾਂਪੁਰਖ 93 ਨੰਬਰ ਇਨਫੈਂਟਰੀ ਵਿੱਚ ਨੌਕਰੀ ਕਰਦੇ ਸੀ ਔਰ ਇਹਨਾਂ ਦਾ ਜੋ ਸੁਭਾਅ ਸੀ, ਪ੍ਰਾਣਾਯਾਮ ਬਹੁਤ ਯੋਗਾ ਅਭਿਆਸ ਦੇ ਨਿਪੁੰਨ ਸਾਧੂ ਸਨ। ਇਹ ਯੋਗਾ ਅਭਿਆਸ ਇਹਨਾਂ ਨੇ ਸੰਤ ਜਵਾਲਾ ਸਿੰਘ ਜੀ ਨੂੰ ਵੀ ਸਿਖਾਇਆ। 10 ਮਹੀਨੇ ਇਕੱਠੇ ਰਹੇ, ਪ੍ਰਾਣਾਯਾਮ ਦੀ ਸਾਧਨਾ ਕਰਦੇ ਰਹੇ। 10ਵੇਂ ਦੁਆਰ ਦੀ ਸਮਾਧੀ ਕਿਵੇਂ ਲੱਗਦੀ, ਇਸ ਤਰ੍ਹਾਂ ਦੇ ਨਾਲ ਇਹ ਸਾਰੇ ਗੁਰ ਸੰਤ ਮੇਹਰ ਸਿੰਘ ਜੀ ਨੇ ਸੰਤ ਜਵਾਲਾ ਸਿੰਘ ਜੀ ਨੂੰ ਸਿਖਾਏ। ਯਰੂਸ਼ਲਮ ਵਿੱਚ 47 ਸਿੱਖ ਰੈਜੀਮੈਂਟ ਨੇ ਜੰਗ ਮੈਦਾਨ ਫਤਿਹ ਪ੍ਰਾਪਤ ਕਰਨ ਵਾਸਤੇ ਤੇ ਸਹੀ ਸਲਾਮਤ ਵਾਪਸ ਪਰਤਣ ਲਈ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਇਆ।
ਪਰ ਜੰਗ ਹੋਣ ਕਰਕੇ ਉਸ ਸਮੇਂ ਬਲੈਕ ਆਊਟ ਸੀ ਤੇ ਰਾਤ ਨੂੰ ਕੋਈ ਲਾਈਟ ਨਹੀਂ ਸੀ ਜਗਾ ਸਕਦਾ, ਰੋਸ਼ਨੀ ਨਹੀਂ ਸੀ ਕਰ ਸਕਦਾ। ਜਦੋਂ ਰਾਤ ਨੂੰ ਪਾਠ ਦੀ ਰੌਲ ਲਾਉਣ ਲਈ ਦੀਵੇ ਜਗਾਏ ਗਏ ਤਾਂ ਪਲਟਣ ਦੇ ਕਰਨਲ ਦੇ ਕੋਲ ਰਿਪੋਰਟ ਪਹੁੰਚ ਗਈ। ਕਰਨਲ ਵੱਲੋਂ ਹੁਕਮ ਜਾਰੀ ਹੋ ਗਿਆ ਕਿ ਰਾਤ ਨੂੰ ਚਾਨਣ ਨਹੀਂ ਕਰ ਸਕਦੇ ਤੁਸੀਂ, ਇਹ ਖਤਰੇ ਵਾਲੀ ਗੱਲ ਹੈ। ਪਰ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ, ਲਾਈਟ ਬੰਦ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੋ ਰਿਹਾ। ਤੋ ਜਰਨਲ ਸਟਾਫ ਸਮੇਤ ਉੱਥੇ ਆ ਗਿਆ ਤੇ ਸੰਤਾਂ ਨੂੰ ਕਿਹਾ ਵੀ ਇਹ ਜਿਹੜੀਆਂ ਜੋਤਾਂ ਤੇ ਦੀਵੇ ਜਗਾਏ ਹੋਏ ਨੇ ਬੁਝਾ ਦਿਓ। ਮਹਾਰਾਜ ਕਹਿਣ ਲੱਗੇ, ਕਹਿੰਦੇ ਜਰਨਲ ਸਾਹਿਬ ਅਸੀਂ ਤਾਂ ਜੰਗ ਦਾ ਖਤਰਾ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਤੇ ਪੜ੍ਹਾ ਰਹੇ ਹਾਂ, ਤੇ ਜੇ ਤੁਸੀਂ ਖਤਰੇ ਵਿੱਚ ਹੀ ਪੈਣਾ ਚਾਹੁੰਦੇ ਹੋ ਤਾਂ ਬੇਸ਼ੱਕ ਜੋਤਾਂ ਬੁਝਾ ਦਿਓ, ਦੀਵੇ ਬੁਝਾ ਦਿਓ ਤੇ ਬਾਣੀ ਦਾ ਪਾਠ ਬੰਦ ਕਰ ਦਿੰਨੇ ਆ। ਮਹਾਂਪੁਰਖਾਂ ਨੇ ਇਹ ਬਚਨ ਬੜੇ ਜਲਾਲ ਦੇ ਨਾਲ ਕਹੇ, ਜਿਹੜੇ ਬਚਨ ਸੁਣ ਕੇ ਜਰਨਲ ਸੋਚੀ ਪੈ ਗਿਆ। ਕਹਿਣ ਲੱਗਾ ਸਾਨੂੰ ਤਾਂ ਫਤਿਹ ਚਾਹੀਦੀ ਹੈ, ਉਹ ਵੀ ਸੁਖ ਸਬੀਲੀ। ਤਾਂ ਮਹਾਂਪੁਰਖ ਕਹਿਣ ਲੱਗੇ ਫਿਰ ਪਾਠ ਅਤੇ ਰੌਸ਼ਨੀ ਇਹ ਬੰਦ ਨਾ ਕਰਾਓ, ਇਹ ਹੋਣ ਦਿਓ। ਜਰਨਲ ਹੱਥ ਜੋੜ ਕੇ ਕਹਿੰਦਾ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ। ਅਕਾਲ ਪੁਰਖ ਦੀ ਲੀਲਾ ਅਨੁਸਾਰ ਤੀਸਰੇ ਦਿਨ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤਾਂ ਉਸ ਵੇਲੇ ਜੰਗ ਦੀ ਸ਼ਾਨਦਾਰ ਜਿੱਤ ਪ੍ਰਾਪਤ ਹੋ ਗਈ। ਪੱਛਮੀ ਲੋਕ ਖਾਸ ਕਰਕੇ ਮੁਸਲਮਾਨ, ਯਹੂਦੀ, ਈਸਾਈ, ਇਹਨਾਂ ਦਾ ਜੀਵਨ ਮਾਸਾਹਾਰੀ ਤੇ ਸ਼ਰਾਬ ਪੀਣ ਦੇ ਸ਼ੌਕੀਨ ਸੀਗੇ। ਇਹਨਾਂ ਦੇ ਖਿਆਲ ਅਨੁਸਾਰ ਮਾਸ ਖਾਣ ਦੇ ਨਾਲ ਜਿਸਮਾਨੀ ਤਾਕਤ ਵੱਧਦੀ ਹੈ ਤੇ ਸ਼ਰਾਬ ਪੀਣ ਨਾਲ ਵਿਅਕਤੀ ਸ਼ੇਰ ਦਿਲ ਬਣ ਜਾਂਦਾ ਹੈ। ਜਿਸ ਕਰਕੇ ਅੰਗਰੇਜ਼ ਆਪਣੇ ਫੌਜੀਆਂ ਨੂੰ ਇਹਨਾਂ ਦੋਨਾਂ ਚੀਜ਼ਾਂ ਦੀ ਖੁੱਲੀ ਵਰਤੋਂ ਕਰਾਉਂਦੇ ਸੀ। ਪਰ ਗੁਰਮਤਿ ਦੇ ਨਜ਼ਰੀਏ ਅਨੁਸਾਰ ਵਿਅਕਤੀ ਨੂੰ ਬ੍ਰਹਮਚਰਜ ਰੱਖਣ ਨਾਲ ਵਿਕਾਰਾਂ ਤੋਂ ਛੁਟਕਾਰਾ ਮਿਲਦਾ ਤੇ ਸਰੀਰ ਪੱਖੋਂ ਵੀ ਅਥਾਹ ਸ਼ਕਤੀ ਪ੍ਰਾਪਤ ਹੁੰਦੀ। ਮਨੁੱਖ ਨਿਰਭਉ ਹੋ ਜਾਂਦਾ, ਮਨ ਦੀਆਂ ਵਾਸ਼ਨਾਵਾਂ ਤੇ ਕਾਬੂ ਕਰ ਸਕਦਾ ਹੈ। ਜਿਹੜਾ ਇਹਨਾਂ ਤੇ ਫਤਿਹ ਪ੍ਰਾਪਤ ਕਰ ਲਵੇ ਉਹ ਮਹਾਬਲੀ ਹੈ। ਫੌਜ ਵਿੱਚ ਹਰ ਇੱਕ ਪ੍ਰਾਣੀ ਨੂੰ ਬਾਹੁਕਮ ਉਸ ਵੇਲੇ ਮਾਸ ਖਵਾਇਆ ਜਾਂਦਾ ਸੀ ਤੇ ਜੰਗ ਦੇ ਦਿਨਾਂ ਦੇ ਵਿੱਚ ਸ਼ਰਾਬ ਦਾ ਸੇਵਨ ਵੀ ਕਰਾਇਆ ਜਾਂਦਾ। ਸੰਤ ਮਹਾਰਾਜ ਤੇ ਉਹਨਾਂ ਦੇ ਸਤ ਸੰਗੀ ਜਦੋਂ ਇਹਨਾਂ ਦੋਨਾਂ ਕਰੈਤਾਂ ਦੇ ਨੇੜੇ ਨਾ ਲੱਗੇ ਤਾਂ ਰਿਪੋਰਟ ਕਮਾਂਡਰ ਤੱਕ ਪਹੁੰਚ ਗਈ। ਜਰਨਲ ਨੇ ਆ ਕੇ ਸੰਤਾਂ ਨੂੰ ਬੁਲਾਇਆ ਤੇ ਕਿਹਾ ਪਾਦਰੀ ਸਾਹਿਬ, ਸੰਤਾਂ ਨੂੰ ਸ਼ਰਧਾ ਸਤਿਕਾਰ ਦੇ ਨਾਲ ਉੱਥੇ ਸਾਰੇ ਪਾਦਰੀ ਕਹਿਣ ਲੱਗ ਪਏ ਸੀ। ਜਿਵੇਂ ਈਸਾਈਆਂ ਦੇ ਵਿੱਚ ਜੋ ਗਿਰਜਾ ਘਰ ਦਾ ਮੁਖੀ ਹੁੰਦਾ ਹੈ ਉਸਨੂੰ ਪਾਦਰੀ ਕਹਿੰਦੇ ਆ। ਸੋ ਜਰਨਲ ਸਾਹਿਬ ਆ ਕੇ ਕਹਿਣ ਲੱਗੇ, ਕਹਿੰਦੇ ਪਾਦਰੀ ਸਾਹਿਬ ਤੁਸੀਂ ਤੇ ਤੁਹਾਡੇ ਹੋਰ ਬਹੁਤ ਸਾਰੇ ਸਾਥੀ ਮਾਸ ਨਹੀਂ ਖਾਂਦੇ, ਸ਼ਰਾਬ ਕਿਉਂ ਨਹੀਂ ਪੀਂਦੇ? ਤੁਸੀਂ ਬਿਨਾਂ ਇਸ ਸਭ ਕੁਝ ਖਾਧੇ ਤੇ ਜੰਗ ਦੇ ਵਿੱਚ ਕਿੱਦਾਂ ਜੂਝੋਗੇ? ਤਾਂ ਸੰਤ ਜੀ ਕਹਿਣ ਲੱਗੇ ਜਾਨਵਰਾਂ ਦੀ ਹੱਤਿਆ ਕਰਕੇ ਉਹਨਾਂ ਦਾ ਮਾਸ ਖਾ ਕੇ ਇਨਸਾਨ ਨਿਡਰ ਨਹੀਂ ਬਣਦਾ, ਸਗੋਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣ ਅਤੇ ਸਿਮਰਨ ਕਰਨ ਦੇ ਨਾਲ ਜੋ ਮਨੁੱਖ ਨਿਰਭੈ ਹੁੰਦਾ ਹੈ। ਜਰਨਲ ਸਾਹਿਬ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ? ਸੰਤਾਂ ਨੇ ਕਿਹਾ ਤੁਸੀਂ ਪਰਖ ਲਓ। ਤਾਂ ਉਹ ਕਹਿਣ ਲੱਗਾ ਪਰਖੀਏ ਕਿਵੇਂ? ਕਹਿੰਦੇ ਇੱਕ ਮੋਰਚੇ ਦੇ ਵਿੱਚ ਜਿਹੜੇ ਗੁਰੂ ਦੇ ਉਪਦੇਸ਼ ਤੇ ਚੱਲਣ ਵਾਲੇ ਸ਼ਾਕਾਹਾਰੀ ਜਵਾਨ ਉਹਨਾਂ ਨੂੰ ਲਾ ਦਿਓ ਤੇ ਦੂਜੇ ਮੋਰਚੇ ਵਿੱਚ ਮਾਸਾਹਾਰੀ ਤੇ ਸ਼ਰਾਬ ਪੀਣ ਵਾਲਿਆਂ ਨੂੰ ਲਾ ਦਿਓ ਤੇ ਦੋਨਾਂ ਪਾਰਟੀਆਂ ਵਿੱਚੋਂ ਦੇਖੋ ਕਿਹੜੀ ਦੀ ਫਤਿਹ ਪ੍ਰਾਪਤ ਹੁੰਦੀ ਹੈ। ਤਾਂ ਜਰਨਲ ਸਾਹਿਬ ਨੇ 47 ਸਿੱਖ ਰੈਜੀਮੈਂਟ ਦੇ CEO ਨੂੰ ਹੁਕਮ ਜਾਰੀ ਕੀਤਾ ਕਿ ਜਿਸ ਤਰ੍ਹਾਂ ਪਾਦਰੀ ਕਹਿ ਰਿਹਾ ਉਸੇ ਤਰ੍ਹਾਂ ਕੀਤਾ ਜਾਵੇ। ਇਸੇ ਤਰ੍ਹਾਂ ਮੋਰਚੇ ਲਾਏ ਗਏ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸੰਤ ਮਹਾਰਾਜ ਜੀ ਦੇ ਜਥੇ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਦਿਆਂ ਪਹਿਲਾ ਮੋਰਚਾ ਫਤਿਹ ਕਰ ਲਿਆ। ਇਸ ਕੌਤਕ ਨੂੰ ਅੱਖੀਂ ਵੇਖਦਿਆਂ ਕਿਸੇ ਵੀ ਫੌਜੀ ਨੂੰ ਬਾਹੁਕਮ ਮਾਸ ਸ਼ਰਾਬ ਖਾਣ ਵਾਸਤੇ ਨਾ ਕਿਹਾ ਜਾਂਦਾ, ਜੋ ਅੱਜ ਤੱਕ ਹੁਕਮ ਲਾਗੂ ਹੈ।
ਫੌਜ ਦੇ ਵਿੱਚ ਜੋ ਸ਼ਰਾਬ ਪੀਣੀ ਚਾਹੁੰਦਾ ਹੈ ਉਸ ਨੂੰ ਦਿੱਤੀ ਜਾਂਦੀ ਹੈ, ਜੋ ਮਾਸ ਖਾਣਾ ਚਾਹੁੰਦਾ ਹੈ ਉਸ ਨੂੰ ਦਿੱਤਾ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਬਹੁਤ ਹੁਕਮ ਦੇ ਨਾਲ ਔਰ ਉਹ ਹੁਕਮ ਮੰਨਣਾ ਪੈਂਦਾ ਸੀ ਮਾਸ ਖਾਣ ਦਾ ਤੇ ਸ਼ਰਾਬ ਪੀਣ ਦਾ। ਪਰ ਮਹਾਂਪੁਰਖਾਂ ਦੇ ਇਸ ਕੌਤਕ ਤੋਂ ਬਾਅਦ ਕਾਨੂੰਨ ਬਣ ਗਿਆ ਵੀ ਫੌਜ ਦੇ ਵਿੱਚ ਕਿਸੇ ਨੂੰ ਜ਼ਬਰਦਸਤੀ ਕੋਈ ਮਾਸ ਜਾਂ ਸ਼ਰਾਬ ਨਹੀਂ ਪੀਣ ਜਾਂ ਖਾਣ ਵਾਸਤੇ ਕਹੇਗਾ। ਸੋ ਇਸ ਤਰ੍ਹਾਂ ਨਾਲ ਮਹਾਂਪੁਰਸ਼ਾਂ ਨੇ ਐਡਾ ਵੱਡਾ ਕੌਤਕ ਵਰਤਾ ਕੇ ਦੱਸਿਆ। ਸੋ 1915 ਵਿੱਚ ਪਹਿਲੀ ਵਿਸ਼ਵ ਜੰਗ ਕੁਝ ਅਹਿਦਨਾਮਿਆਂ ਕਾਰਨ ਰੁਕ ਗਈ ਤਾਂ ਭਾਰਤੀ ਫੌਜਾਂ ਨੂੰ ਦੇਸ਼ ਪਰਤਣ ਲਈ ਹੁਕਮ ਜਾਰੀ ਕਰ ਦਿੱਤੇ ਗਏ। ਜੰਗ ਦੇ ਦਿਨਾਂ ਵਿੱਚ ਦੇਸ਼ ਪਰਤਣਾ ਫੌਜੀਆਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੁੰਦੀ ਸੀ। ਇਸੇ ਖੁਸ਼ੀ ਵਿੱਚ ਫੌਜੀਆਂ ਨੇ ਦੀਪਮਾਲਾ ਕੀਤੀ, ਮਠਿਆਈਆਂ ਵੰਡੀਆਂ, ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿੱਚ ਖੁਸ਼ੀ ਦੇ ਧਾਰਮਿਕ ਸਮਾਗਮ ਹੋਏ। ਆਪੋ ਆਪਣੇ ਇਸ਼ਟ ਦੇ ਸ਼ੁਕਰਾਨੇ ਵਜੋਂ ਅਰਦਾਸਾਂ ਕੀਤੀਆਂ ਗਈਆਂ। ਸੰਤ ਮਹਾਰਾਜ ਜੀ ਦਾ ਬੇੜਾ ਵੀ ਫਰਾਂਸ ਦੀ ਮਾਰਸ਼ਲ ਬੰਦਰਗਾਹ ਤੇ ਲਿਆਂਦਾ ਗਿਆ। ਇੱਥੋਂ ਮਹਾਰਾਜ ਪਲਟਨ ਸਮੇਤ 15 ਨਵੰਬਰ 1916 ਨੂੰ ਪਾਣੀ ਦੇ ਜਹਾਜ਼ ਤੇ ਚੜ੍ਹ ਗਏ। ਜਹਾਜ਼ ਵਿੱਚ ਹੀ ਸੰਤ ਮੇਹਰ ਸਿੰਘ ਜੀ ਦੀ ਪਲਟਨ ਵੀ ਸੀ। ਸੋ ਦੁਬਾਰਾ ਫੇਰ ਇਹਨਾਂ ਗੁਰਮੁਖਾਂ ਦਾ ਮੇਲ ਹੋਇਆ। ਇਸ ਲਈ ਗੁਰੂ ਦਾ ਜਸ ਹੋਰ ਹੁਣ ਕਿਹੜਾ ਹੋਰ ਮਹਾਨ ਮੌਕਾ ਮਿਲ ਸਕਦਾ ਸੀ। ਇਹਨਾਂ ਨੇ ਸਲਾਹ ਕੀਤੀ ਕਿ ਜਹਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਅਖੰਡ ਪਾਠ ਸਾਹਿਬ ਆਰੰਭ ਕਰੀਏ। ਤੋ ਇੱਕ ਪਾਠ ਸੰਪੂਰਨ ਹੋ ਗਿਆ ਅਖੰਡ ਪਾਠ ਸਾਹਿਬ। ਦੂਜਾ ਪਾਠ ਆਰੰਭ ਕੀਤਾ। ਉਸੇ ਦਿਨ ਕੁਦਰਤ ਦੇ ਭਾਣੇ ਅਨੁਸਾਰ ਸਮੁੰਦਰੀ ਜਹਾਜ਼ ਨੂੰ ਡੁੱਬ ਜਾਣ ਦਾ ਖਤਰਾ ਪੈਦਾ ਹੋਇਆ। ਖਤਰਾ ਟਲਣ ਤੇ ਨਾ ਆਵੇ, ਅਲਾਰਮ ਉੱਚੀ ਉੱਚੀ ਖਤਰੇ ਬਾਰੇ ਸੁਚੇਤ ਕਰੇ। ਸਾਰੀ ਫੌਜ ਨੂੰ ਜਹਾਜ਼ ਖਾਲੀ ਕਰਨ ਲਈ ਕਹਿ ਦਿੱਤਾ ਗਿਆ। ਕਿਸ਼ਤੀਆਂ ਪਹੁੰਚ ਗਈਆਂ ਤੇ ਸਾਰੇ ਜਵਾਨ ਆਪਣਾ ਆਪਣਾ ਸਮਾਨ ਚੁੱਕ ਕੇ ਕਿਸ਼ਤੀਆਂ ਵਿੱਚ ਸਵਾਰ ਹੋਣ ਲੱਗ ਪਏ। ਪਰ ਸੰਤ ਮਹਾਰਾਜ ਜੀ ਤੇ ਸੰਤ ਮੇਹਰ ਸਿੰਘ ਜੀ ਤੇ ਪਾਠੀ ਸਿੰਘ ਜੋ ਪਾਠ ਕਰਨ ਵਿੱਚ ਲੱਗੇ ਹੋਏ ਫੌਜੀ ਸਨ, ਤਾਂ ਉਹ ਅਖੰਡ ਪਾਠ ਸਾਹਿਬ ਛੱਡ ਕੇ ਜਾਣ ਵਾਸਤੇ ਤਿਆਰ ਨਾ ਹੋਏ। ਗੁਰਮਤਾ ਕਰਕੇ ਜਹਾਜ਼ ਵਿੱਚ ਆਪਣੇ ਫਰਜ਼ ਪ੍ਰਤੀ ਡਟੇ ਰਹੇ ਤੇ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਆਪਾਂ ਪਾਠ ਛੱਡ ਕੇ ਨਹੀਂ ਜਾ ਸਕਦੇ। ਸੰਤ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਸ਼ਬਦ ਪੜ੍ਹਨ ਲੱਗ ਪਏ। ਧਨਾਸਰੀ ਮਹੱਲਾ ਪੰਜਵਾਂ, ਘਰ ਅੱਠਵਾਂ, ਦੋ ਪਦੇ, ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ। ਪਾਹੇ ਨ ਸਾਕੈ ਜਾਲੇ ਰਹਾਉ। ਨਿਰਧਨ ਕਉ ਧਨ ਅੰਧਲੇ ਕਉ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮਹਿ ਬੋਹਿਥ ਪਾਇਓ ਹਰਿ ਨਾਨਕ, ਕਰੀ ਕਿਰਪਾ ਕਿਰਪਾਲੇ। ਸਾਰੇ ਗੁਰਮੁਖ ਪਿਆਰਿਆਂ ਨੂੰ ਬਚਨ ਕੀਤਾ ਕਿ ਇਸ ਸ਼ਬਦ ਦਾ ਜਾਪ ਕਰੋ ਤੇ ਨਾਲ ਅਖੰਡ ਪਾਠ ਸਾਹਿਬ ਵੀ ਚੱਲੀ ਗਿਆ। ਜਦੋਂ ਗੱਲ ਦੋਹਾਂ ਪਲਟਣਾਂ ਦੇ ਕਰਨਲਾਂ ਨੂੰ ਪਤਾ ਲੱਗੀ ਤਾਂ ਉਹ ਬ੍ਰਿਗੇਡੀਅਰ ਨੂੰ ਨਾਲ ਲੈ ਕੇ ਪਾਠ ਵਾਲੇ ਸਥਾਨ ਤੇ ਪਹੁੰਚੇ। ਪਰ ਉਸ ਵੇਲੇ ਸੰਤ ਜਵਾਲਾ ਸਿੰਘ ਜੀ ਤੇ ਸੰਤ ਮੇਹਰ ਸਿੰਘ ਜੀ ਅਡੋਲ ਸਮਾਧੀ ਵਿੱਚ ਬੈਠੇ ਸੀ। ਪਾਠੀ ਪਾਠ ਕਰਨ ਦੇ ਵਿੱਚ ਮਗਨ ਸੀ। ਬ੍ਰਿਗੇਡੀਅਰ ਨੇ ਸੂਬੇਦਾਰ ਨੂੰ ਕਿਹਾ ਕਿ ਸੰਤਾਂ ਦੀ ਸਮਾਧੀ ਖਿਲਾਓ। ਸੰਤ ਮਹਾਰਾਜ ਜੀਆਂ ਨੂੰ ਸਮਾਧੀ ਤੋਂ ਉਥਾਨ ਕੀਤਾ
ਤੇ ਬ੍ਰਿਗੇਡੀਅਰ ਕਹਿਣ ਲੱਗਾ ਪਾਠ ਬੰਦ ਕਰਕੇ ਜਹਾਜ਼ ਵਿੱਚੋਂ ਨਿਕਲ ਕੇ ਕਿਸ਼ਤੀਆਂ ਵਿੱਚ ਸਵਾਰ ਹੋਵੋ। ਸੰਤ ਮਹਾਰਾਜ ਕਹਿਣ ਲੱਗੇ ਸਤਿਗੁਰੂ ਮਿਹਰ ਕਰੇਗਾ, ਜੇ ਜਹਾਜ਼ ਡੋਬਣਾ ਚਾਹੁੰਦੇ ਹੋ ਤਾਂ ਪਾਠ ਖੰਡਨ ਕਰ ਦਿੰਦੇ ਆ। ਸੋ ਉਚਿਤ ਇਹ ਹੈ ਕਿ ਸਾਰੇ ਆਪੋ ਆਪਣੇ ਰੱਬ ਨੂੰ ਯਾਦ ਕਰੋ। ਜੇ ਗੁਰੂ ਨਾਨਕ ਮਹਾਰਾਜ ਭਾਈ ਮਨਸੁਖ ਦਾ ਬੇੜਾ ਪਾਰ ਲਾ ਸਕਦੇ ਹਨ, ਜੇ ਗੁਰੂ ਤੇਗ ਬਹਾਦਰ ਮਹਾਰਾਜ ਭਾਈ ਮੱਖਣ ਸ਼ਾਹ ਦਾ ਬੇੜਾ ਪਾਰ ਲਾ ਸਕਦੇ ਹਨ, ਤਾਂ ਆਪਣੀ ਸ਼ਰਧਾ ਬਣਾਓ। ਗੁਰੂ ਤਾਂ ਅੱਜ ਵੀ ਹਾਜ਼ਰ ਹੈ। ਸੋ ਹੁਣ ਬ੍ਰਿਗੇਡੀਅਰ ਤੇ ਕਰਨਲ ਦੋਵਾਂ ਦੀ ਹਿੰਮਤ ਨਾ ਪਈ ਵੀ ਸੰਤ ਜੀ ਮਹਾਰਾਜ ਦੇ ਅੱਗੇ ਕੋਈ ਵਚਨ ਕਰਦੇ। ਉਹ ਵਾਪਸ ਮੁੜ ਗਏ। ਹੁਣ ਪੂਰੇ 2 ਦਿਨ ਜਹਾਜ਼ ਡੱਕੇ ਡੋਲੇ ਖਾਂਦਾ ਰਿਹਾ ਪਰ ਡੁੱਬਿਆ ਨਾ। ਤੀਜੇ ਦਿਨ ਸੰਤਾਂ ਦੇ ਬਚਨਾਂ ਅਨੁਸਾਰ ਬਿਲਕੁਲ ਜਹਾਜ਼ ਠੀਕ ਗਤੀ ਵਿੱਚ ਆ ਗਿਆ। ਫਿਰ ਬ੍ਰਿਗੇਡੀਅਰ ਨੇ ਜਦੋਂ ਜਹਾਜ਼ ਠੀਕ ਚਾਲ ਦੇ ਵਿੱਚ ਦੇਖਿਆ ਤਾਂ ਸਾਰੀਆਂ ਫੌਜਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਦੁਬਾਰਾ ਕਿਹਾ। ਬ੍ਰਿਗੇਡੀਅਰ ਸਾਹਿਬ ਤੇ ਹੋਰ ਸਾਰੇ ਅਫਸਰ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਤੇ ਮਹਾਂਪੁਰਸ਼ਾਂ ਅੱਗੇ ਆ ਕੇ ਨਮਸਕਾਰਾਂ ਕੀਤੀਆਂ ਕਿ ਤੁਸੀਂ ਜੋ ਕਿਹਾ ਸੀ ਉਹ ਅੱਖਰ ਅੱਖਰ ਸੱਤ ਹੋਇਆ ਹੈ। ਤਕਰੀਬਨ 1 ਜਨਵਰੀ 1917 ਨੂੰ ਜਹਾਜ਼ ਬੰਬਈ ਵਿੱਚ ਆ ਗਿਆ ਤੇ ਸੰਤ ਮਹਾਰਾਜ ਵੀ 35 ਸਿੱਖ ਰੈਜੀਮੈਂਟ ਪਿਸ਼ੌਰ ਛਾਉਣੀ ਵਿੱਚ ਵਾਪਸ ਪਹੁੰਚ ਗਏ। ਸੋ ਮਹਾਂਪੁਰਸ਼ ਦਰਗਾਹ ਤੋਂ ਹੀ ਸੁਤੰਤਰ ਹੁੰਦੇ ਹਨ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ। ਦੁਨੀਆ ਵਿੱਚ ਉਹਨਾਂ ਦੇ ਆਉਣ ਦਾ ਮਨੋਰਥ ਸਿਰਫ ਇੰਨਾ ਹੀ ਹੁੰਦਾ ਹੈ ਕਿ ਆਪ ਸੱਚੀ ਸੁੱਚੀ ਕਿਰਤ ਕਰਕੇ ਹੋਰਨਾਂ ਨੂੰ ਸੁਚੱਜੇ ਮਾਰਗ ਦੇ ਪਾਂਧੀ ਬਣਾਉਂਦੇ ਹਨ, ਜਾਂ ਆਪ ਪ੍ਰਭੂ ਦੇ ਨਾਮ ਦਾ ਸਿਮਰਨ ਕਰਕੇ ਹੋਰਨਾਂ ਨੂੰ ਨਾਮ ਜਪਣ ਦਾ ਰੰਗ ਚੜਾਉਂਦੇ ਹਨ। ਤੇ ਉਹ ਵਾਹਿਗੁਰੂ ਵੱਲੋਂ ਸ਼ਰਧਾਹੀਣ ਮਨੁੱਖਾਂ ਨੂੰ ਨਾਮ ਜਪਣ ਲਾ ਕੇ ਕੀਤੀ ਛੁੱਟੀ ਨਾਲ ਦਾ ਮਹਾਵਾਕ ਪੂਰਾ ਕਰਨ ਵਾਸਤੇ ਆਉਂਦੇ ਹਨ। ਮਹਾਂਪੁਰਸ਼ਾਂ ਨੂੰ ਵਿਰਸੇ ਦੇ ਵਿੱਚ ਇਹੀ ਦਾਤ ਮਿਲੀ ਹੁੰਦੀ ਹੈ ਕਿ ਜਿੱਥੇ ਵੀ ਜਾਣ ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝਾ ਚਿਤਾਰੇ, ਤੇ ਹੋਰਨਾਂ ਨੂੰ ਵੀ ਧਰਮ ਦਾ ਮਾਰਗ ਦ੍ਰਿੜ ਕਰਾਉਂਦੇ ਹਨ। ਸੋ ਜਿਸ ਦਿਨ ਸੰਤ ਜਵਾਲਾ ਸਿੰਘ ਜੀ ਉਹਨਾਂ ਦੀ ਪਲਟਨ ਪਿਸ਼ੌਰ ਵਿਖੇ ਪਹੁੰਚੀ ਤਾਂ ਸੰਤ ਮਹਾਰਾਜ ਦਾ ਦਿਲ ਹੋਤੀ ਮਰਦਾਨ ਜਾਣ ਲਈ ਬੇਬਲ ਹੋ ਗਿਆ, ਕਿਉਂਕਿ ਕਿੰਨੇ ਸਮੇਂ ਤੋਂ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਸੀ ਹੋ ਸਕੇ। ਕਰਨਲ ਸਾਹਿਬ ਤੋਂ ਆਗਿਆ ਲੈ ਕੇ ਹੋਤੀ ਮਰਦਾਨ ਜਾਣ ਲਈ ਤਿਆਰੀ ਫੜ ਲਈ। ਸੋ ਇਤਨਾ ਪਿਆਰ ਜਿਵੇਂ ਚਾਤਰਕ ਸੋ ਬਬੀਹਾ ਜਲ ਦੀ ਸਵੰਤੀ ਬੂੰਦ ਲਈ ਤੜਫਦਾ ਹੈ, ਇਦਾਂ ਬਾਬਾ ਆਇਆ ਸਿੰਘ ਜੀ ਦੇ ਦਰਸ਼ਨਾਂ ਦੀ ਮਹਾਂਪੁਰਸ਼ਾਂ ਦੇ ਹਿਰਦੇ ਅੰਦਰ ਤਾਂਘ ਸੀ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕਹਿ ਬੇਦਿਆ ਸਨਮੁਖ ਉਠਤਾਵੈ, ਭਾਮਰ ਲੋਭੀ ਕੁਸਮ ਵਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸੋ ਛਾਉਣੀ ਵਿੱਚ ਆਉਣ ਤੇ ਅੰਨ ਜਲ ਚੰਗਾ ਨਾ ਲੱਗਿਆ, ਸੀਨੇ ਵਿੱਚ ਬੈਰਾਗ ਉਤਪੰਨ ਹੋ ਗਿਆ ਤੇ ਅੱਖ ਨਾ ਲੱਗਿਆ ਕਰੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ। ਅਜਿਹੀ ਹਾਲਤ ਵਿੱਚ ਸੰਤ ਮਹਾਰਾਜ ਹੋਤੀ ਮਰਦਾਨ ਨੂੰ ਚੱਲ ਪਏ। ਕਿਸੇ ਸੰਗੀ ਸਾਥੀ ਦੀ ਵੀ ਉਡੀਕ ਨਾ ਕੀਤੀ। ਸੰਤ ਜਵਾਲਾ ਸਿੰਘ ਜੀ ਹੋਤੀ ਮਰਦਾਨ ਪਹੁੰਚ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਡੰਡੌਤ ਬੰਦਨਾ ਕੀਤੀ ਤੇ ਬਾਬਾ ਆਇਆ ਸਿੰਘ ਜੀ ਦੇ ਬਾਰੇ ਪਤਾ ਲਾਇਆ ਕਿ ਉਹ ਬਾਹਰ ਕੁਟੀਆ ਦੇ ਵਿੱਚ ਬਿਰਾਜੇ ਹੋਏ ਹਨ। ਕੁਟੀਆ ਦੇ ਵਿੱਚ ਪਹੁੰਚ ਕੇ ਭੇਟਾ ਹਾਜ਼ਰ ਕੀਤੀ। ਸੰਤ ਆਇਆ ਸਿੰਘ ਜੀ ਪਹਿਲਾਂ ਹੀ ਆਪਣੇ ਪ੍ਰੇਮੀ ਦੀ ਉਡੀਕ ਦੇ ਵਿੱਚ ਬੈਠੇ ਸੀ। ਦੇਖਦਿਆਂ ਸਾਰ ਗਦਗਦ ਹੋ ਗਏ, ਮਿਲਦਿਆਂ ਸਾਰ ਅੱਖਾਂ ਵਿੱਚ ਖੁਮਾਰੀ ਛਾ ਗਈ। ਸੰਤ ਮਹਾਰਾਜ ਦੀ ਹਾਲਤ ਬਿਲਕੁਲ ਉਸੇ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਵਾਸਤੇ ਬੁਰਹਾਨਪੁਰੇ ਇੱਕ ਸੰਤ ਜੀ ਆਏ ਸੀ। ਸੋ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵਚਨ ਲਿਖੇ ਹੋਏ ਹਨ, ਸਤਿਗੁਰੂ ਸਭਾ ਮਝਾਰ ਸੁਹਾਵਤ ਐਸੇ, ਕਰ ਸ਼ਿੰਗਾਰ ਧਨ ਕੁਬੇਰ ਸਿਪ ਜੈਸੇ।
ਹਰ ਦੂਰ ਤੇ ਪ੍ਰੇਮ ਪ੍ਰਫੁੱਲਾ, ਮਨਹੁ ਅਮਲ ਤੇ ਅਮਲੀ ਝੂਲਾ। ਹਿਰਦੈ ਆਨੰਦ ਉਮੰਗਤ ਜੋਵਾ, ਰੋਮੰਚਿਤ ਸਾਧੂ ਤਨ ਹੋਵਾ। ਨੀਰ ਨੀਰ ਪਾਇਨ ਕਹੁ ਡਾਲਤ, ਡਗਮਗਾਤ ਡੋਲਤ ਦ੍ਰਿਗ ਚਾਲਤ। ਬਦਨ ਹੋਰ ਦੂਰ ਹੀ ਤੇ ਰਹਿਓ, ਬਦਨ ਹੋਰ ਦੂਰ ਹੀ ਰਹਿਓ। ਪਰਿਓ ਪ੍ਰਿਥੀ ਪਰ ਜਨ ਪਗ ਧਰਿਓ। ਸੰਤ ਜਵਾਲਾ ਸਿੰਘ ਜੀ ਨੇ ਬਾਬਾ ਆਇਆ ਸਿੰਘ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ। ਬਾਬਾ ਆਇਆ ਸਿੰਘ ਜੀ ਨੇ ਸੀਸ ਨੂੰ ਆਪਣੇ ਹਸਤ ਕਮਲਾਂ ਨਾਲ ਉਤਾਂ ਉਠਾਇਆ ਤੇ ਪਿਆਰ ਨਾਲ ਬੈਠਣ ਲਈ ਕਿਹਾ। ਸੋ ਅੱਗੇ ਬਚਨ ਕੀਤੇ ਕਿ ਤੁਸੀਂ ਸਾਡਾ ਬਚਨ ਮੰਨ ਕੇ ਹੁਣ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰ ਲਿਆ ਹੈ। ਜੋ ਵੀ ਤੁਹਾਡੀ ਸੰਗਤ ਕਰੇਗਾ ਬਾਬਾ ਕਰਮ ਸਿੰਘ ਜੀ ਉਸ ਉੱਤੇ ਵੀ ਮਿਹਰ ਕਰਨਗੇ। ਸੋ ਇਸ ਤਰ੍ਹਾਂ ਨਾਲ ਮਹਾਂਪੁਰਸ਼ ਜਦੋਂ ਪਲਟਣ ਦੇ ਵਿੱਚ ਜੰਗ ਦੇ ਸਮੇਂ ਸੰਤ ਮਿਹਰ ਸਿੰਘ ਜੀ ਦਾ ਮਿਲਾਪ ਹੋਇਆ ਸੀ, ਉਸ ਵੇਲੇ ਸੰਤ ਮਿਹਰ ਸਿੰਘ ਜੀ ਦੇ ਨਾਲ ਮਿਲ ਕੇ ਕੁਛ ਹਠ ਯੋਗ ਸਿੱਖਿਆ ਸੀ। ਹਠ ਯੋਗ ਜੋ ਹੁੰਦਾ ਯੋਗਾ ਅਭਿਆਸ ਕਰਨ ਨਾਲ, ਸੋ ਉਹਦੇ ਕੁਛ ਅੰਗ ਹੁੰਦੇ ਨੇ, ਕੁਛ ਜੁਗਤੀਆਂ ਹੁੰਦੀਆਂ ਨੇ। ਯਮ, ਨੇਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਿਆਨ, ਧਾਰਨ ਤੇ ਸਮਾਧੀ। ਇਹ 8 ਅੰਗ ਹੁੰਦੇ ਨੇ ਇਸ ਦੇ। ਯਮ ਜਿਹੜਾ ਹੈ ਇਹ 10 ਪ੍ਰਕਾਰ ਦਾ ਹੁੰਦਾ। ਅਹਿੰਸਾ, ਸਤ, ਅਸਤਯ, ਸੋਚ, ਧੀਰਜ, ਖਿਮਾ, ਦਇਆ, ਕੋਮਲਤਾ, ਮਰਜ਼ਾਦਾ ਨਾਲ ਆਹਾਰ। ਅਹਿੰਸਾ ਜਿਹੜੀ ਹੈ ਜੀਵ ਹੱਤਿਆ ਨਾ ਕਰਨੀ, ਇਹ ਹਿੰਸਾ ਹੈ। ਜੀਵਾਂ ਨੂੰ ਮਾਰਨਾ ਹਿੰਸਾ ਹੈ। ਹਿੰਸਾ 3 ਪ੍ਰਕਾਰ ਦੀ ਮੰਨੀ ਗਈ, ਮਨ ਕਰਕੇ, ਤਨ ਕਰਕੇ, ਬਾਣੀ ਕਰਕੇ। ਮਨ ਵਿੱਚ ਕਿਸੇ ਦਾ ਬੁਰਾ ਚਿਤਵਣਾ ਮਾਨਸਿਕ ਹਿੰਸਾ ਹੈ। ਕੌੜੇ ਬਚਨ ਬੋਲਣੇ ਬਾਣੀ ਕਰਕੇ ਹਿੰਸਾ ਹੈ। ਫਿੱਕੇ ਬਚਨ ਬੋਲ ਕੇ ਕਿਸੇ ਦਾ ਦਿਲ ਦੁਖਾਣਾ, ਇਹ ਬਚਨਾਂ ਦੀ ਹਿੰਸਾ, ਬਾਣੀ ਦੀ ਹਿੰਸਾ ਹੈ। ਤੇ ਸਰੀਰਕ ਤੌਰ ਤੇ ਕਿਸੇ ਨੂੰ ਕਤਲ ਕਰ ਦੇਣਾ, ਇਹ ਤਨ ਦੀ ਹਿੰਸਾ ਹੈ। ਇਹ ਤਿੰਨੇ ਤਰ੍ਹਾਂ ਦੀ ਹਿੰਸਾ ਤਿਆਗਣੀ। ਤੇ ਦੂਸਰਾ ਸਤਿਯਮ ਹੈ, ਮਨ ਬਾਣੀ ਕਰਕੇ ਝੂਠ ਨਾ ਬੋਲਣਾ, ਇਹ ਸਤਿਯਮ ਹੈ। ਅਸਤਿਯਮ ਚੋਰੀ ਕਰਨੀ, ਇਹ ਵੀ 2 ਤਰ੍ਹਾਂ ਦੀ ਚੋਰੀ, ਇੱਕ ਮਨ ਦੀ, ਇੱਕ ਤਨ ਦੀ। ਸੋ ਆਪਣੇ ਮਾਂ ਪਿਓ ਅਥਵਾ ਗੁਰੂ ਦੇ ਕੋਲੋਂ ਕੋਈ ਪਾਪ ਕਰਮ ਕਰਕੇ ਛੁਪਾ ਕੇ ਰੱਖਣਾ, ਇਹ ਮਨ ਦੀ ਚੋਰੀ ਹੈ। ਸੋ ਕਿਸੇ ਪਰਾਏ ਦੀ ਵਸਤੂ ਚੁਰਾ ਲੈਣੀ, ਇਹ ਤਨ ਦੀ ਚੋਰੀ ਹੈ। ਸੋ ਬ੍ਰਹਮਚਰਜ ਰੱਖਣਾ, ਸੌਚ, ਪਵਿੱਤਰਤਾ ਅੰਦਰ ਤੇ ਬਾਹਰ ਦੀ, ਵਿਚਾਰਾਂ ਦੀ ਤੇ ਸਰੀਰ ਦੀ। ਧੀਰਜ, ਪ੍ਰਿਥਵੀ ਵਾਂਗ ਧੀਰਜ ਰੱਖਣਾ। ਖਿਮਾ, ਕਿਸੇ ਦੇ ਨਰਾਦਰ ਕਰਨ ਤੇ ਵੀ ਚਿੱਤ ਦੇ ਵਿੱਚ ਈਰਖਾ ਨਹੀਂ ਲਿਆਉਣੀ, ਦੁੱਖ ਨਹੀਂ ਲਿਆਉਣਾ ਤੇ ਉਹਨੂੰ ਮਾਫ ਕਰ ਦੇਣਾ, ਖਿਮਾ ਕਰ ਦੇਣੀ। ਸੋ ਬਾਲਕ, ਬਿਰਧ, ਰੋਗੀ, ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਕਰਨੀ, ਇਹ ਵੀ ਖਿਮਾ ਦਾ ਹੀ ਅੰਗ ਹੈ। ਵਾਹਿਗੁਰੂ ਤੋਂ ਸਭ ਦਾ ਹੀ ਭਲਾ ਮੰਗਣਾ। ਕੋਮਲਤਾ ਰੱਖਣੀ, ਆਪਣਾ ਚਿੱਤ ਸ਼ਾਂਤੀ ਵਿੱਚ ਰੱਖਣਾ, ਸਾਰਿਆਂ ਨੂੰ ਕੋਮਲ ਤੇ ਮਿੱਠੇ ਬਚਨ ਕਹਿਣੇ, ਅਰਥਾਤ ਪ੍ਰਸੰਨ ਚਿੱਤ ਰਹਿਣਾ, ਕ੍ਰੋਧ ਵਿੱਚ ਨਹੀਂ ਆਉਣਾ। ਮਰਜ਼ਾਦਾ ਅਨੁਸਾਰ ਆਹਾਰ ਰੱਖਣਾ, ਭੋਜਨ ਮਰਜ਼ਾਦਾ ਅਨੁਸਾਰ, ਸ਼ੁਭ ਅਸ਼ੁਭ ਦੇਖ ਕੇ, ਭਾਵ ਕਿ ਨਸ਼ਿਆਂ ਦਾ ਤਿਆਗ ਕਰਨਾ, ਔਰ ਜੋ ਸ਼ਾਂਤਕੀ ਭੋਜਨ ਹੈ ਉਹੀ ਛਕਣਾ। ਭਗਤੀ ਯੋਗ ਦੇ ਅੰਗ, ਮਨ ਨੂੰ ਨੀਵਾਂ ਰੱਖਣਾ, ਗੁਣਾਂ ਦਾ ਕਦੇ ਹੰਕਾਰ ਨਹੀਂ ਕਰਨਾ, ਨਿਯਮ ਦੇ ਨਾਲ ਸਤਸੰਗ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ, ਨਿਯਮ ਨਾਲ ਬਾਣੀ ਪੜ੍ਹਨੀ, ਸ਼ਬਦ ਦਾ ਅਭਿਆਸ ਵੀ ਕਰਨਾ। ਇਕਾਂਤ ਦੇਸ਼, ਸਰਬੱਤ ਲੋਕਾਈ ਵਿੱਚ ਵਾਹਿਗੁਰੂ ਦੀ ਹੋਂਦ ਨੂੰ ਮੰਨਣਾ ਤੇ ਮਨ ਨੂੰ ਇਕਾਗਰ ਕਰਨਾ ਹੀ ਇਕਾਂਤ ਦੇਸ਼ ਹੈ। ਸੋ ਅਕਾਲ ਪੁਰਖ ਵਿੱਚ ਬਿਰਤੀ ਟਿਕਾਉਣੀ। ਸੋ ਇਹ ਸਾਰੇ ਜਿਹੜੇ ਹਨ ਭਗਤੀ ਯੋਗ ਦੇ ਅੰਗ ਗੁਰਮਤਿ ਦੇ ਅਨੁਸਾਰ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ। ਹੁਣ ਜੋ ਯੋਗਾ ਅਭਿਆਸ ਸੰਤ ਜਵਾਲਾ ਸਿੰਘ ਜੀ ਸੰਤ ਮਿਹਰ ਸਿੰਘ ਦੇ ਨਾਲ ਰਹਿੰਦਿਆਂ ਸਿੱਖੇ ਸੀ, ਤਾਂ ਬਾਬਾ ਆਇਆ ਸਿੰਘ ਜੀ ਨੇ ਵਚਨ ਕੀਤਾ ਕਿ ਇਹ ਠੀਕ ਹੈ, ਅਭਿਆਸੀ ਹੋਣਾ ਚਾਹੀਦਾ, ਪਰ ਗੁਰਮਤਿ ਦੇ ਜਿਹੜੇ ਅੰਗ ਵਿਰੋਧੀ ਹਨ ਉਹਨਾਂ ਅੰਗਾਂ ਨੂੰ ਛੱਡਣਾ ਚਾਹੀਦਾ ਹੈ। ਗੁਰੂ ਸਾਹਿਬ ਦਾ ਵਚਨ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ।
ਪੰਜ ਜਨਾ ਸਿਓ ਸੰਗ ਨ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਤ ਨੂੰ ਮੰਨਣ ਵਾਲੇ ਜੋ ਹਨ ਉਹ ਗੁਰਮਤਿ ਯੋਗ ਦੇ ਵਿੱਚ ਲੀਨ ਹੋਣਾ ਠੀਕ ਸਮਝਦੇ ਹਨ। ਜੋ ਕਠਨ ਯੋਗ ਹੈ ਜੋਗੀਆਂ ਵਾਲਾ, ਸੋ ਉਸ ਤਰ੍ਹਾਂ ਦੇ ਜਿਹੜੇ ਸਾਧਨ ਹਨ ਉਹ ਸਾਡੇ ਵਾਸਤੇ ਠੀਕ ਨਹੀਂ। ਸੋ ਇਸ ਤਰ੍ਹਾਂ ਨਾਲ ਮਹਾਰਾਜ ਜੀਆਂ ਨੇ, ਬਾਬਾ ਆਇਆ ਸਿੰਘ ਜੀਆਂ ਨੇ ਸੰਤ ਜਵਾਲਾ ਸਿੰਘ ਨੂੰ ਹਠ ਯੋਗ ਤਿਆਗਣ ਦਾ ਵਚਨ ਕੀਤਾ। ਹਠ ਯੋਗ ਤਿਆਗਣ ਦੇ ਨਾਲ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਵੀ ਕੁਝ ਸਮੇਂ ਲਈ ਬਣੇ, ਪਰ ਆਪਣੇ ਗੁਰਦੇਵ ਦਾ ਵਚਨ ਮੰਨ ਕੇ ਮਹਾਂਪੁਰਖਾਂ ਨੇ ਸਰੀਰ ਤੇ ਕਸ਼ਟ ਸਹਾਰ ਲਿਆ, ਪਰ ਵਚਨ ਦੀ ਉਲੰਘਣਾ ਨਹੀਂ ਕੀਤੀ। ਸੋ ਇਸ ਤਰ੍ਹਾਂ ਨਾਲ ਸੰਤਾਂ ਦੀ ਭਜਨ ਬੰਦਗੀ ਦਾ ਪਲਟਣ ਦੇ ਸਾਰੇ ਫੌਜੀਆਂ ਅਤੇ ਅਫਸਰਾਂ ਤੇ ਬਹੁਤ ਡੂੰਘਾ ਅਸਰ ਪਿਆ, ਜਿਸ ਦੇ ਸਦਕੇ ਉਹ ਗੁਰਮਤਿ ਅਨੁਸਾਰ ਸੇਵਾ ਕਰਦੇ ਤੇ ਪ੍ਰਸੰਨ ਚਿੱਤ ਰਹਿੰਦੇ। ਇੱਕ ਦਿਨ ਪਲਟਣ ਦੇ ਅੰਗਰੇਜ਼ ਮੇਜਰ ਨੂੰ ਸੂਬੇਦਾਰ ਨੇ ਕਿਹਾ ਕਿ ਤੁਹਾਡੀ ਸ਼ਾਦੀ ਹੋਈ ਨੂੰ ਤਾਂ ਕਾਫੀ ਦੇਰ ਹੋ ਗਈ, ਪਰ ਅਜੇ ਤੁਹਾਡੇ ਔਲਾਦ ਕੋਈ ਨਹੀਂ। ਮੇਜਰ ਸਾਹਿਬ ਨੇ ਕਿਹਾ ਕਿ ਡਾਕਟਰੀ ਇਲਾਜ ਤਾਂ ਬਹੁਤ ਕਰਾਇਆ, ਪਰ ਪਤਾ ਨਹੀਂ ਕੀ ਕਾਰਨ ਹੈ, ਸਾਡੇ ਘਰ ਔਲਾਦ ਨਹੀਂ। ਇਹ ਤਾਂ ਪਰਮਾਤਮਾ ਹੀ ਜਾਣਦਾ ਹੈ। ਸੂਬੇਦਾਰ ਨੇ ਮੇਜਰ ਸਾਹਿਬ ਨੂੰ ਕਿਹਾ ਕਿ ਆਪਣੀ ਫੌਜ ਦੇ ਵਿੱਚ ਜੋ ਖੁਦਾ ਦੇ ਪਿਆਰੇ ਨੌਕਰੀ ਕਰਦੇ ਹਨ, ਜੇ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਨਾਂ ਦੇ ਕੋਲ ਬੇਨਤੀ ਕਰੋ ਤਾਂ ਉਹਨਾਂ ਦਾ ਜੇ ਬਚਨ ਹੋ ਗਿਆ ਤਾਂ ਤੁਹਾਡੇ ਘਰ ਔਲਾਦ ਜ਼ਰੂਰ ਹੋ ਸਕਦੀ ਹੈ। ਦੂਜੇ ਦਿਨ ਸੂਬੇਦਾਰ ਔਰ ਮੇਜਰ ਸਾਹਿਬ ਦੀ ਜੋ ਪਤਨੀ ਸੋ ਅੰਮ੍ਰਿਤ ਵੇਲੇ ਸੰਤਾਂ ਦੇ ਪਾਸ ਆ ਗਏ, ਨਮਸਕਾਰ ਕੀਤੀ ਤੇ ਬੇਨਤੀ ਕੀਤੀ। ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਸਾਡੇ ਪਾਸ ਤਾਂ ਕੁਝ ਨਹੀਂ, ਐਤਵਾਰ ਦਾ ਦਿਨ ਰੱਖ ਲਓ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਾਂਗੇ। ਦੇਖੋ ਸਾਧ ਸੰਗਤ ਜੀ, ਇੱਥੇ ਇਹ ਵਿਚਾਰ ਕਰਨ ਯੋਗ ਹੈ ਕਿ ਮਹਾਂਪੁਰਖ ਬੇਸ਼ੱਕ ਸਮਰੱਥ ਹੁੰਦੇ ਨੇ, ਬੇਸ਼ੱਕ ਸਾਰਾ ਕੁਝ ਕਰ ਸਕਦੇ ਨੇ, ਪਰ ਮਹਾਂਪੁਰਖ ਕਦੇ ਵੀ ਇਹ ਬਚਨ ਨਹੀਂ ਕਰਦੇ ਵੀ ਸਾਡੇ ਬਚਨ ਦੇ ਨਾਲ ਇਹ ਕੰਮ ਹੋ ਜਾਏਗਾ। ਸੋ ਮਹਾਂਪੁਰਖ ਕਿੱਥੇ ਜੋੜਦੇ ਨੇ? ਗੁਰੂ ਦੇ ਨਾਲ। ਤੇ ਸੰਤ ਜਵਾਲਾ ਸਿੰਘ ਜੀ ਮਹਾਰਾਜ ਜੀਆਂ ਨੇ ਬਚਨ ਕੀਤਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਾਂਗੇ। ਗੁਰੂ ਦੇ ਨਾਲ ਜੋੜਿਆ, ਆਪਣੇ ਸਰੀਰ ਨਾਲ ਨਹੀਂ ਜੋੜਿਆ, ਆਪਣੇ ਨਾਲ ਨਹੀਂ ਜੋੜਿਆ। ਤੋ ਐਤਵਾਰ ਦਾ ਦਿਨ ਆਇਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਗੁਰਦੁਆਰਾ ਸਾਹਿਬ ਪਹੁੰਚ ਕੇ ਅਰਦਾਸਾ ਕੀਤਾ ਤੇ ਮਹਾਂਪੁਰਖਾਂ ਨੇ ਬਚਨ ਕੀਤਾ, ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ। ਉਪਰੰਤ ਜਦ ਹੁਕਮਨਾਮਾ ਆਇਆ, ਹੁਕਮਨਾਮਾ ਸੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਤੋ ਸਮਾਪਤੀ ਹੋਈ। ਸੰਤਾਂ ਨੇ ਅੰਗਰੇਜ਼ ਅਫਸਰ ਨੂੰ ਤੇ ਉਸ ਦੀ ਪਤਨੀ ਨੂੰ ਵਚਨ ਕੀਤਾ ਕਿ ਗੁਰੂ ਨਾਨਕ ਮਹਾਰਾਜ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ, ਤੇ ਜਦੋਂ ਤੁਹਾਡੇ ਘਰੇ ਪੁੱਤਰ ਪੈਦਾ ਹੋਇਆ ਤਾਂ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਕੇ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਿਓ। ਤੋ ਉਹਨਾਂ ਦੇ ਗ੍ਰਹਿ ਮਹਾਂਪੁਰਖਾਂ ਦੇ ਬਚਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਲ ਬਾਅਦ ਲੜਕਾ ਹੋਇਆ। ਅੰਗਰੇਜ਼ ਪਰਿਵਾਰ ਨੇ ਸ਼ਰਧਾ ਦੇ ਨਾਲ ਫਿਰ ਅਖੰਡ ਪਾਠ ਸਾਹਿਬ ਕਰਵਾਇਆ, ਤੇ ਜਿੰਨਾ ਚਿਰ ਉਹ ਭਾਰਤ ਰਹੇ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਅਨੰਨ ਸੇਵਕ ਬਣ ਕੇ ਉਹਨਾਂ ਦੇ ਚਰਨ ਪਰਸਦੇ ਰਹੇ। ਸੋ ਇਸ ਤੋਂ ਬਾਅਦ ਮਹਾਂਪੁਰਖ ਫਿਰ ਪੰਜਾਬ ਛੁੱਟੀ ਆਉਂਦੇ ਹਨ ਤੇ ਅਨੇਕਾਂ ਹੋਰ ਜਿਹੜੇ ਕੌਤਕ ਪਲਟਣ ਦੇ ਵਿੱਚੋਂ ਨਾਮ ਕਟਵਾਉਣਾ
ਤੇ ਫਿਰ ਮਹਾਂਪੁਰਖਾਂ ਦੇ ਬਚਨ ਦੇ ਨਾਲ ਪੰਜਾਬ ਦੀ ਧਰਤੀ ਨੂੰ ਆਉਣਾ। ਸੋ ਜਿਵੇਂ ਜਿਵੇਂ ਅਗਲੇ ਬਚਨ ਮਹਾਂਪੁਰਖਾਂ ਦੇ ਜੀਵਨ ਦੇ ਆਉਣਗੇ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਮਹਾਰਾਜ ਮਿਹਰ ਕਰਨ। ਬੇਅੰਤ ਸੰਗਤਾਂ ਆਪ ਜੀ ਲਾਹਾ ਲੈਂਦੇ ਹੋ ਹਰ ਰੋਜ਼, ਆਪ ਜੀ ਸਭ ਦਾ ਧੰਨਵਾਦ ਹੈ। ਔਰ ਆਪ ਜੀ ਹੋਰ ਵੀ ਜਿੰਨੇ ਵੀ ਸਤਸੰਗੀ ਪੁਰਸ਼, ਸਤਸੰਗੀ ਸੰਗਤਾਂ, ਮਹਾਂਪੁਰਖਾਂ ਨਾਲ ਪ੍ਰੇਮ ਕਰਨ ਵਾਲੇ, ਰੱਬ ਰੰਗੀਆਂ ਰੰਗ ਰਤੜੀਆਂ ਰੂਹਾਂ ਦਾ ਜੀਵਨ ਸਰਵਣ ਕਰਕੇ ਆਪਣਾ ਜੀਵਨ ਬਣਾਉਣ ਵਾਲੇ, ਉਹਨਾਂ ਦਾ ਵੀ ਆਪਾਂ ਸਾਰਿਆਂ ਨੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਸੁਨੇਹਾ ਇਸ ਕਥਾ ਨੂੰ, ਇਸ ਜੀਵਨ ਦੀ ਵਿਚਾਰ ਨੂੰ ਅੱਗੇ ਤੋਂ ਅੱਗੇ ਭੇਜ ਕੇ, ਕਿਉਂਕਿ ਇੰਟਰਨੈਟ ਦਾ ਸਮਾਂ ਹੈ, ਇਹਦੇ ਵਿੱਚ ਆਪ ਜੁੜਨਾ ਤੇ ਦੂਜਿਆਂ ਨੂੰ ਜੋੜਨਾ ਸਾਧ ਸੰਗਤ ਜੀ ਬਹੁਤ ਭਲੇ ਦੀ ਗੱਲ ਹੈ। ਸੋ ਬਾਕੀ ਹੋਰ ਇੰਨੀਆਂ ਫੋਟੋਆਂ, ਇੰਨੀਆਂ ਵੀਡੀਓਜ਼ ਸ਼ੇਅਰ ਕਰਦੇ ਹੋ, ਭੇਜਦੇ ਹੋ, ਤੇ ਮਹਾਂਪੁਰਖਾਂ ਦਾ ਜੇ ਜੀਵਨ ਆਪਾਂ ਗਾਂ ਤੋਂ ਗਾਂ ਸੰਗਤਾਂ ਦੇ ਵਿੱਚ ਪ੍ਰਚਾਰੀਏ ਤਾਂ ਜੋ ਅੱਜ ਸਮਾਂ ਚੱਲ ਰਿਹਾ ਹੈ ਓਨੀ ਹੋਰ ਕਿਸੇ ਦੀ ਨਿੰਦਿਆ ਸੰਸਾਰੀ ਲੋਕ ਨਹੀਂ ਕਰਦੇ ਜਿੰਨੀ ਸਾਧੂਆਂ ਦੀ ਨਿੰਦਿਆ ਅੱਜ ਦੇ ਸਮੇਂ 'ਚ ਹੋ ਰਹੀ। ਤੇ ਸਾਧ ਸੰਗਤ ਜੀ ਪਰ ਉਹ ਤਾਂ ਹੋ ਰਹੀ ਵੀ ਆਪਾਂ ਪੂਰਨ ਮਹਾਂਪੁਰਖਾਂ ਦੇ ਜੀਵਨਾਂ ਤੋਂ ਨਾਵਾਕਫ ਹਾਂ। ਆਪਾਂ ਦੇਖ ਰਹੇ ਹਾਂ ਜਿਹੜੇ ਅੱਜ ਕੱਲ੍ਹ ਸਾਡੇ ਵਰਗੇ ਰੋਟੀਆਂ ਕਾਰਨ ਪੂਰਾ ਹਤਾਲ, ਉਹਨਾਂ ਵੱਲ ਵੇਖ ਕੇ ਆਪਾਂ ਪੂਰਨ ਮਹਾਂਪੁਰਖਾਂ ਦੀ ਵੀ ਨਿੰਦਿਆ ਕਰਦੇ ਹਾਂ। ਔਰ ਨਿੰਦਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋ ਰਹੀ ਹੈ। ਸੋ ਇਸ ਕਰਕੇ ਠੀਕ ਹੈ ਜੇ ਕਿਸੇ ਨੇ ਇਸ ਬਾਣੇ ਨੂੰ, ਇਸ ਭੇਖ ਨੂੰ ਧਾਰਨ ਕਰਕੇ ਦਾਗੀ ਕੀਤਾ, ਇਹ ਉਹਦੀ ਮੌਜ ਜਾਂ ਮਹਾਰਾਜ ਜਾਣਨ। ਪਰ ਜਿਨ੍ਹਾਂ ਨੇ ਇਸ ਭੇਖ ਨੂੰ ਧਾਰਨ ਕਰਕੇ ਸਵਾਸ ਸਵਾਸ ਨਾਮ ਜਪਿਆ, ਗੁਰੂ ਦੇ ਹੁਕਮ ਵਿੱਚ ਰਹੇ, ਗੁਰੂ ਦੀ ਮਰਜ਼ਾਦਾ ਵਿੱਚ ਰਹੇ, ਐਸੇ ਸਤਿਪੁਰਸ਼ਾਂ, ਐਸੇ ਮਹਾਂਪੁਰਖਾਂ ਦੇ ਜੀਵਨਾਂ ਤੋਂ ਆਪਾਂ ਨੂੰ ਸੇਧ ਜ਼ਰੂਰ ਲੈਣੀ ਚਾਹੀਦੀ ਹੈ। ਸੋ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਆਓ 2-3 ਮਿੰਟ ਰਹਿੰਦੇ ਨੇ, ਆਪਾਂ ਕੱਲ ਵਾਂਗ ਗੁਰਮੰਤਰ ਦਾ ਜਾਪ ਕਰੀਏ। ਜਿੱਥੇ ਜਿੱਥੇ ਵੀ ਆਪ ਜੀ ਬੈਠੇ ਹੋ, ਬੜੇ ਪਿਆਰ, ਬੜੇ ਅਦਬ ਦੇ ਨਾਲ ਕਥਾ ਸੁਣ ਰਹੇ ਹੋ, ਬੜੇ ਸੁਨੇਹੇ ਸੰਗਤਾਂ ਦੇ ਟੈਲੀਫੋਨ ਰਾਹੀਂ ਔਰ ਹੋਰ ਅਨੇਕ ਤਰ੍ਹਾਂ ਦੇ ਨਾਲ ਬੜੀਆਂ ਅਸੀਸਾਂ ਸੰਗਤਾਂ ਦੀਆਂ ਮਿਲ ਰਹੀਆਂ ਨੇ। ਤੁਹਾਡੀਆਂ ਅਸੀਸਾਂ, ਤੁਹਾਡੇ ਪਿਆਰ ਦਾ ਸਦਕਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤ ਰਹੀ ਹੈ। ਤੋ ਮਹਾਰਾਜ ਇਹ ਸੇਵਾ ਲੈ ਰਹੇ ਨੇ। ਆਓ ਥੋੜਾ ਜਿਹਾ ਚਿਰ ਆਪਾਂ ਗੁਰਮੰਤਰ ਦਾ ਸਿਮਰਨ ਕਰੀਏ ਤੇ ਫਿਰ ਸਮਾਪਤੀ ਕਰੀਏ। ਵਾਹਿਗੁਰੂ अंतर्जामी पुरख विधाते सरदा मन की पूरे नानक दास यह सुख मांगै मुको कर संतन की धूरे। वाहिगुरु जी का खालसा वाहिगुरु जी की फतेह।